ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਸਨ 2024 ਦੀਆਂ ਇਲੈਕਸ਼ਨਸ ਸਾਡੇ ਸਾਹਮਣੇ ਨੇ। ਉਹਨਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਨ ਜਾ ਰਿਹਾ ਹੈ। ਔਰ BJP ਇਸ ਵਕਤ ਪੂਰੀ ਸਟਰੋਂਗ ਪੋਜੀਸ਼ਨ ਦੇ ਵਿੱਚ ਹੈ ਔਰ ਇਸ ਵਕਤ ਆਪਣੀ ਸਟ੍ਰੈਟਜੀ ਪੂਰੀ ਤਰ੍ਹਾਂ ਤਿਆਰ ਕਰ ਰਹੀ ਹੈ ਕਿ 2024 ਦੀਆਂ ਇਲੈਕਸ਼ਨਸ ਜਿੱਤ ਕੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੱਤਾ ਵਿੱਚ ਆਉਣ ਦਾ ਮਨ ਬਣਾਇਆ ਹੋਇਆ ਔਰ ਉਸੇ ਮੁੱਦੇ ਦੇ ਮੁਤਾਬਿਕ ਉਹਨਾਂ ਨੇ ਨਵਾਂ ਬਜਟ ਰਿਲੀਜ਼ ਕੀਤਾ ਹੈ ਤੇ ਬਕਾਇਦਾ ਇਹ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਬਜਟ ਦਾ ਪੂਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਅਸਰ ਪਵੇਗਾ ਤੇ ਸਾਰੇ ਵੋਟਰਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਸਟ੍ਰੈਟਜੀਜ਼ ਤਿਆਰ ਕੀਤੀਆਂ ਜਾ ਰਹੀਆਂ ਨੇ, ਜਿਵੇਂ ਕਿ ਵੱਖ-ਵੱਖ ਥਾਂ ਦੇ ਉੱਤੇ ਜਾ ਕੇ ਉਹਨਾਂ ਦੇ ਵੋਲੰਟੀਅਰਸ ਇਹ ਦੇਖ ਰਹੇ ਨੇ ਕਿ ਕਿੱਥੇ BJP ਦੀ ਪੋਜੀਸ਼ਨ ਕਮਜ਼ੋਰ ਹੈ, ਉਹਨੂੰ ਹੋਰ ਮਜ਼ਬੂਤ ਕਿਸ ਤਰ੍ਹਾਂ ਬਣਾਇਆ ਜਾਵੇ, ਲੋਕਾਂ ਨੂੰ ਉਹਨਾਂ ਦੇ ਮੁਤਾਬਿਕ ਕਿਸ ਤਰ੍ਹਾਂ ਉਹਨਾਂ ਦੀ ਸੋਚ ਨੂੰ ਆਪਣੇ ਵੱਲ ਮੋੜਿਆ ਜਾਵੇ ਤਾਂ ਕਿ 2024 ਦੀਆਂ ਇਲੈਕਸ਼ਨਸ ਜਿੱਤੀਆਂ ਜਾ ਸਕਣ। ਸੋ ਓਪੋਜੀਸ਼ਨ ਕਿੱਥੋਂ ਤੱਕ ਸਟਰੋਂਗ ਹੈ ਤੇ ਕਿੰਨਾ ਕੁ ਆਪਣਾ ਪਾਰਟ ਪਲੇ ਕਰ ਰਹੀ ਹੈ, ਕੀ ਰੋਲ ਅਦਾ ਕਰ ਰਹੀ ਹੈ, ਇਹ ਸਾਰੀਆਂ ਗੱਲਾਂ ਅਸੀਂ ਕਰਨ ਵਾਸਤੇ ਸਟੂਡੀਓਜ਼ ਦੇ ਵਿੱਚ ਬੁਲਾਇਆ ਹੈ ਡਾਕਟਰ ਰਾਜਨ ਸ਼ਰਮਾ ਜੀ ਨੂੰ। ਹੀ ਇਜ਼ ਅ ਪੋਲੀਟੀਕਲ ਐਨਾਲਿਸਟ ਔਰ ਇੱਕ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ। ਵੈਲਕਮ ਟੂ ਦਾ ਸ਼ੋ ਰਾਜਨ ਜੀ। ਥੈਂਕ ਯੂ ਸਰ। ਜੀ, ਮੈਂ 2024 ਦੀਆਂ ਇਲੈਕਸ਼ਨਸ ਬਾਰੇ ਜਾਨਣਾ ਚਾਹਾਂਗਾ ਕਿ ਇਸ ਵਕਤ ਜੋ ਓਪੋਜੀਸ਼ਨ ਹੈ ਉਹਦੀ ਕੀ ਪੋਜੀਸ਼ਨ ਹੈ BJP ਦੇ ਮੁਕਾਬਲੇ ਦੇ ਵਿੱਚ। ਦੇਖੋ 2024 ਦੀਆਂ ਇਲੈਕਸ਼ਨ ਭਾਰਤੀ ਰਾਜਨੀਤੀ 'ਚ ਬਹੁਤ ਮਹੱਤਵਪੂਰਨ ਨੇ। ਉਹਦਾ ਕਾਰਨ ਹੈ ਕਿ ਇਸ ਤੋਂ ਪਹਿਲੇ 9 ਅਸੈਂਬਲੀ ਇਲੈਕਸ਼ਨ ਵੀ ਹੋਣ ਜਾ ਰਹੀਆਂ ਨੇ 23 ਦੇ ਵਿੱਚ। ਜੀ ਹਾਂਜੀ ਜੀ। ਔਰ ਜੋ ਅਜੇ ਤੱਕ ਸਥਿਤੀ ਸਾਹਮਣੇ ਆ ਰਹੀ ਹੈ, ਕਿਉਂਕਿ ਰਾਹੁਲ ਗਾਂਧੀ ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਔਰ ਉਹਦੇ ਫਾਈਨਲ ਐਂਡ ਵਿੱਚ ਜਦੋਂ ਲਾਲ ਚੌਂਕ ਵਿੱਚ ਝੰਡਾ ਚੜਾਉਣ ਸਮੇਂ ਆਪੋਜੀਸ਼ਨ ਪਾਰਟੀਆਂ ਕਿੰਨੀਆਂ ਕੁ ਉੱਥੇ ਇਕੱਠੀਆਂ ਹੋਈਆਂ, ਕੋਸ਼ਿਸ਼ ਤੇ ਉਹਨਾਂ ਕੀਤੀ ਕਿ ਬਈ ਇੱਕ ਮੰਚ ਤਿਆਰ ਕੀਤਾ ਜਾਏ ਆਪੋਜੀਸ਼ਨ ਯੂਨਿਟੀ ਦਾ, ਲੇਕਿਨ ਕੋਈ ਜ਼ਿਆਦਾ ਉਹਨਾਂ ਨੂੰ ਹੁੰਗਾਰਾ ਨਹੀਂ ਮਿਲਿਆ ਜੀ। ਇਸ ਕਰਕੇ ਜਿਹੜੀ ਸਿਚੁਏਸ਼ਨ ਇਸ ਵੇਲੇ ਆਪੋਜੀਸ਼ਨ ਤੋਂ ਡਿਸਅਰੇ ਵਿੱਚ ਹੈ, ਜਦਕਿ BJP ਜਿਹੜੀ ਹੈ ਉਹ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਆ, ਕਿਉਂਕਿ ਉਹਨਾਂ ਦੀ ਜਿਹੜੀ BJP ਜਿਹੜੀ ਹੈ 24/7 ਇਲੈਕਸ਼ਨ ਮਸ਼ੀਨਰੀ ਹੈ ਔਰ ਪਲੱਸ ਉਹਨਾਂ ਕੋਲ ਜਿਹੜੇ ਮੋਦੀ ਸਾਹਿਬ ਵਰਗੇ ਕ੍ਰਿਸਮੈਟਿਕ ਲੀਡਰ ਨੇ, ਹਾਂਜੀ, ਜਿਨ੍ਹਾਂ ਦੀ ਬਹੁਤ ਵੱਡੀ ਕਪੈਸਿਟੀ ਆ। ਮਤਲਬ ਹੀ ਇਜ਼ ਅ ਗ੍ਰੇਟ ਕਮਿਊਨੀਕੇਟਰ। ਮਤਲਬ ਇਹੀ ਚੀਜ਼ ਜਦੋਂ ਉਹਨਾਂ ਪਿੱਛੇ ਐਗਜ਼ੈਕਟਿਵ ਕਮੇਟੀ ਦੀ ਵੀ ਮੀਟਿੰਗ ਹੋਈ ਉਹਨਾਂ ਦੀ, ਤੇ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਹੁਣ ਕੋਈ ਫਿਲਮਾਂ ਜਾਂ ਕੋਈ ਇਹੋ ਜਿਹੇ ਆਈਟਮ ਸੌਂਗ ਤੇ ਕਮੈਂਟ ਨਹੀਂ ਕਰਨਾ, ਤੁਸੀਂ ਲੋਕਾਂ ਨੂੰ ਜਾਓ ਔਰ ਲੋਕਾਂ ਨੂੰ ਪਾਰਟੀ ਦਾ ਪ੍ਰੋਗਰਾਮ ਉੱਥੋਂ ਤੱਕ ਪਹੁੰਚਾਓ ਕਿ ਸਾਡੇ ਬਜਟ ਵਿੱਚ ਕੀ ਪੋਜ਼ਿਟਿਵਿਟੀ ਹੈ, ਜਾਂ ਮਤਲਬ BJP ਦਾ ਕੀ ਪ੍ਰੋਗਰਾਮ ਹੈ, ਆਰਥਿਕ ਪ੍ਰੋਗਰਾਮ ਕਿਆ ਹੈ, ਦੇਸ਼ ਦੀ ਮਜ਼ਬੂਤ ਬਣਾਉਣ ਦਾ, ਜਿਹੜੀ 5 ਟ੍ਰਿਲੀਅਨ ਇਕੋਨਮੀ ਅਸੀਂ ਬਣਾਉਣੀ ਹੈ, ਉਹਦੇ ਵਾਸਤੇ ਮਿਹਨਤ ਕਰੋ ਔਰ ਗ੍ਰਾਸ ਰੂਟ ਨੂੰ ਟੱਚ ਕਰੋ। ਮਤਲਬ ਇਜ਼ ਹਿਮਸੈਲਫ ਹੈ ਗ੍ਰੇਟ ਕਮਿਊਨੀਕੇਟਰ। ਪਲੱਸ ਉਹਨਾਂ ਦਾ ਜਿਹੜਾ ਹੈ ਮਾਈਕਰੋ ਮੈਨੇਜਮੈਂਟ ਜਿਹੜੀ ਹੈ, ਜਿੱਥੇ ਵੀਕ ਹੈ ਪੁਆਇੰਟ, ਜਿਹੜਾ ਵੀਕ ਚੇਨ ਹੈ, ਉਹਨੂੰ ਕਿਸ ਤਰ੍ਹਾਂ ਤੁਸੀਂ ਪੋਜ਼ਿਟਿਵ ਜਿਹੜਾ ਹੈ ਮਤਲਬ ਲਿਆਉਣਾ। ਉਹ ਇੱਕ ਪਾਰਟੀ ਦਾ ਕੇਡਰ ਵੀ ਬਹੁਤ ਸਟਰੋਂਗ ਹੈ, ਇਹਨਾਂ ਕੇਡਰ ਤੇ ਸਟਰੋਂਗ ਕਿਸੇ ਪਾਰਟੀ ਕੋ ਹੈ ਹੀ ਨਹੀਂ ਹੈ। ਤਾਂ ਆਪੋਜੀਸ਼ਨ ਦੀ ਪਿਕਚਰ ਕੋਈ ਅਜੇ ਕੋਈ ਡਿਸਮਿਲ ਜੀ ਹੈ, ਕੋਈ ਕਲੀਅਰ ਨਹੀਂ ਹੈ ਕਿ ਆਪੋਜੀਸ਼ਨ ਯੂਨਿਟੀ ਹੋਏਗੀ, ਉਹਨਾਂ ਦਾ ਲੀਡਰ ਕਿਹੋ ਜਿਹਾ ਹੋਏਗਾ, ਕਿਉਂਕਿ ਲੀਡਰ ਜ਼ਿਆਦਾ ਨੇ ਤੇ ਉਹਨਾਂ ਵਿੱਚ ਕਸ਼ਮਕਸ਼ ਜ਼ਿਆਦਾ ਹੈ, ਅਜੇ ਕੋਈ ਪਿਕਚਰ ਕਲੀਅਰ ਨਹੀਂ ਹੈ। ਜਦਕਿ BJP ਜਿਹੜੀ ਹੈ ਉਹ ਐਡਵਾਂਸਮੈਂਟ ਲਗਾਤਾਰ ਕਰਦੀ ਜਾ ਰਹੀ ਹੈ। ਰਾਈਟ ਜੀ। ਇੱਕ ਨਾ ਸਰ ਇਸ ਤਰ੍ਹਾਂ ਮਾਹੌਲ ਬਣਦਾ ਹੈ ਕਿ ਸਨ 2014 ਤੋਂ ਮੋਦੀ ਸਾਹਿਬ ਆਉਂਦੇ ਨੇ, ਜਦੋਂ ਪ੍ਰਾਈਮ ਮਿਨਿਸਟਰ ਬਣਦੇ ਨੇ, ਤਾਂ ਇਹ ਮਾਹੌਲ ਬਣਦਾ ਹੈ ਕਿ ਸਨ 2014 ਤੋਂ ਬਾਅਦ ਹੀ ਸਭ ਕੁਝ ਹੋ ਰਿਹਾ ਭਾਰਤ ਦੇ ਵਿੱਚ। ਭਾਰਤ ਦਾ ਜੋ ਸਵਰੂਪ ਹੈ ਸਨ 2014 ਤੋਂ ਹੀ ਬਣਦਾ ਪਿਆ, ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਾਇਦ ਕੁਝ ਹੈ ਹੀ ਨਹੀਂ ਸੀ, ਜੋ ਇਸ ਤਰ੍ਹਾਂ ਆਲੋਚਕ ਵੀ ਕਹਿੰਦੇ ਨੇ। ਸੋ ਆਪਾਂ ਜੇ ਇਸ ਲਾਈਟ ਦੇ ਵਿੱਚ ਚੀਜ਼ ਨੂੰ ਦੇਖਣਾ ਚਾਹੀਏ, 1947 ਤੋਂ ਲੈ ਕੇ 2014 ਤੱਕ, ਜਦੋਂ ਤੱਕ ਮੋਦੀ ਸਾਹਿਬ ਨਹੀਂ ਬਣੇ ਪ੍ਰਾਈਮ ਮਿਨਿਸਟਰ, ਉਸ ਤੋਂ ਪਹਿਲਾਂ ਤੱਕ ਭਾਰਤ ਦੀ ਕੀ ਸਥਿਤੀ ਸੀ ਤੇ ਕੰਪੈਰੇਟਿਵਲੀ ਸਨ 2014 ਤੋਂ ਬਾਅਦ ਜੋ ਸਨ 2023 ਅੱਜ ਦੇ ਦਿਨ ਤੱਕ ਕੀ ਸਥਿਤੀ ਹੈ। ਜੇ ਅਸੀਂ ਕੇਸ ਸਟੱਡੀ ਲਈਏ ਤਾਂ ਕੰਪੈਰੀਜ਼ਨ ਵਿੱਚ ਕੀ ਦੇਖਦੇ ਹਾਂ ਅਸੀਂ? ਦੇਖੋ ਅਗਰ ਆਪਾਂ ਆਜ਼ਾਦੀ ਤੋਂ ਸ਼ੁਰੂ ਕਰੀਏ ਤੇ ਇੱਕ ਨਵੇਂ ਦੇਸ਼ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਹੁੰਦੀਆਂ, ਲੋਕਾਂ ਨੂੰ ਸਥਾਪਿਤ ਕਰਨਾ, ਨਵਾਂ ਕੌਨਸਟੀਟਿਊਸ਼ਨ, ਨਵੀਂ ਇਲੈਕਸ਼ਨ, ਲੋਕਾਂ ਦਾ ਪਾਰਟੀਸਿਪੇਸ਼ਨ, ਮਤਲਬ ਇੱਕ ਬਹੁਤ ਲੰਬੀ ਜਿਹੜੀ ਹੈ ਉਹ ਲੋਕਾਂ ਨੂੰ ਔਰ ਐਡਮਿਨਿਸਟ੍ਰੇਸ਼ਨ ਨੂੰ ਔਰ ਬਿਊਰੋਕ੍ਰੇਸੀ ਨੂੰ
ਮਤਲਬ ਇਹ ਮੇਨਲੀ ਜਿਹੜਾ ਹੈ ਭਾਰਤ ਵਿਸ਼ਵ ਵਿੱਚ ਜਿਹੜਾ ਜਦੋਂ ਤੋਂ ਅਸੀਂ ਗਲੋਬਲਾਈਜੇਸ਼ਨ ਸ਼ੁਰੂ ਕੀਤਾ ਔਰ ਖਾਸ ਕਰਕੇ ਮੋਦੀ ਸਾਹਿਬ ਦਾ ਮੈਂ ਸਮਝਦਾ ਵੀ ਇੱਕ ਬੜਾ ਕੰਟਰੀਬਿਊਸ਼ਨ ਇਹ ਹੈ, ਮਤਲਬ ਭਾਰਤ ਨੇ ਵਿਕਾਸ ਕੀਤਾ ਹੈ ਲੇਕਿਨ ਉਨੀ ਸਪੀਡ ਨਾਲ ਜਾਂ ਇੰਡੀਆ ਦਾ ਜਿਹੜਾ ਇਮੇਜ ਸੀ ਉਹਨਾਂ ਕਲੀਅਰਲੀ ਉੱਭਰ ਕੇ ਸਾਹਮਣੇ ਨਹੀਂ ਆਇਆ ਜਿੰਨਾ ਕਿ ਮੋਦੀ ਸਾਹਿਬ ਵੇਲੇ ਆਇਆ। ਔਰ ਵੈਸੇ ਵੀ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਕਿ ਇੰਡੀਆ ਇਸ ਸਾਲ ਜਿਹੜਾ ਹੈ ਦੋ ਬਹੁਤ ਵੱਡੇ ਫੋਰਮ ਹੈ G20 ਔਰ ਸ਼ੰਘਾਈ ਕੋਆਪਰੇਸ਼ਨ ਦਾ ਪ੍ਰੈਜ਼ੀਡੈਂਟ ਹੈ ਅਤੇ ਉਹਦੀ ਸਦਾਰਤ ਕਰ ਰਿਹਾ ਹੈ। ਅਤੇ ਵੈਸੇ ਵੀ ਜਿਹੜੀ ਮੋਬਿਲਿਟੀ ਹੈ ਸਾਡੇ ਕੋਲ ਇੱਕ ਕੈਰੀਅਰ ਡਿਪਲੋਮੈਟ ਹੈ ਜਿਹੜਾ ਕਿ ਬਹੁਤ ਵਧੀਆ, ਮੈਨੂੰ ਇਹ ਬੜੀ ਅੱਛੀ ਗੱਲ ਲੱਗਦੀ ਹੈ ਕਿ ਸ਼੍ਰੀ ਜੈ ਸ਼ੰਕਰ ਜੀ ਜਿਹੜੇ ਇੱਕ ਕੈਰੀਅਰ ਡਿਪਲੋਮੈਟ ਨੇ ਜਿਨ੍ਹਾਂ ਨੇ ਅਲੱਗ-ਅਲੱਗ ਦੇਸ਼ਾਂ ਦੀ ਰਾਜਧਾਨੀ ਵਿੱਚ ਆਪਣਾ ਮਤਲਬ ਜਿਹੜਾ ਹੈ ਤਜਰਬਾ ਹਾਸਲ ਕੀਤਾ ਹੈ ਔਰ ਉਹਨਾਂ ਨੇ ਮਤਲਬ ਐਜ਼ ਏ ਫੋਰਨ ਸੈਕਟਰੀ ਲਿਆ ਹੈ ਅਹੁਦਾ ਜਿਹੜਾ ਹੈ। ਹਾਂਜੀ, ਅਤੇ ਉਹਦੇ ਨਾਲ ਕਿਉਂਕਿ ਅੱਜ ਕੱਲ੍ਹ ਜਿਹੜਾ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਇਹਦੇ ਵਿੱਚ ਇੰਪੋਰਟ ਐਕਸਪੋਰਟ ਇਹ ਸਾਰਾ ਕੁਛ ਜਿਹੜੀ ਤੁਸੀਂ ਦੇਖਿਆ ਕੋਵਿਡ ਟਾਈਮ ਵਿੱਚ ਜਿਹੜੀ ਹੈ ਸਪਲਾਈ ਚੇਨ ਡਿਸਟਰਬ ਹੋ ਗਈ, ਹੁਣ ਵੀ ਵਾਰ ਚੱਲ ਰਹੀ ਯੂਕਰੇਨ ਦੀ। ਹਾਂਜੀ, ਚੀਜ਼ਾਂ ਦੀ ਸ਼ਾਰਟੇਜ ਹੈ ਪਰ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ। ਜੇ ਆਪਾਂ ਦੇਖੀਏ ਆਪਣੇ ਆਂਢ ਗੁਆਂਢ ਵਿੱਚ ਤਾਂ ਇੰਡੀਆ ਦਾ ਈਵਨ IMF ਵੀ ਮੰਨਦਾ ਕਿ ਇੰਡੀਆ ਇਜ਼ ਏ ਸ਼ਾਈਨਿੰਗ ਸਟਾਰ, ਕਿ ਉਹ ਜਿਹੜਾ ਹੋਰਾਈਜ਼ਨ 'ਤੇ ਜੇ ਕੋਈ ਇੱਕ ਦੇਸ਼ ਹੈ ਚਾਹੇ ਕਿ ਅਸੀਂ ਜਿੰਨੀ ਸਾਡੀ ਪੋਟੈਂਸ਼ੀਅਲ ਹੈ ਗਰੋਥ ਦਾ ਉਹ ਇਹ ਦੋਨੋਂ ਈਵੈਂਟ ਕਰਕੇ ਕੋਵਿਡ ਕਰਕੇ ਔਰ ਯੂਕਰੇਨ ਕਰਕੇ ਥੋੜ੍ਹਾ ਇੰਪੈਕਟ ਹੋਇਆ, ਪਰ ਉਹਦੇ ਬਾਵਜੂਦ ਵੀ ਭਾਰਤੀ ਲੋਕਾਂ ਦੀ ਔਰ ਭਾਰਤੀ ਪ੍ਰਸ਼ਾਸਨ ਦੀ ਔਰ ਭਾਰਤੀ ਗਵਰਨਮੈਂਟ ਦੀ ਜਿਹੜੀ ਕਪੈਸਿਟੀ ਹੈ ਉਹ ਪੂਰੀ ਦੁਨੀਆ ਉਹਦੀ ਪ੍ਰਸ਼ੰਸਾ ਕਰ ਰਹੀ ਹੈ। ਓਕੇ, ਜੇ ਆਪਾਂ ਇੱਕ ਮੋਟੇ ਤੌਰ 'ਤੇ ਲਈਏ ਕਿ ਸੰਨ 1947 ਤੋਂ ਲੈ ਕੇ 2014 ਤੱਕ ਜੋ ਦੇਸ਼ ਦੀ ਤਰੱਕੀ ਹੋਈ ਉਹ ਇੰਨਾ ਕੁਝ ਬਣਿਆ ਹੈ ਦੇਸ਼ ਦੇ ਅੰਦਰ, ਉਹਦੀ ਕੀ ਵੈਲਿਊ ਹੈ? ਜੇ ਆਪਾਂ ਇੱਕ ਛੋਟੀ ਜਿਹੀ ਨਟਸ਼ੈਲ ਲੈਣਾ ਚਾਹੀਏ ਕੀ ਵੈਲਿਊ ਹੈ ਇਹਦੀ 2014 ਤੱਕ, ਫਿਰ ਉਸ ਤੋਂ ਬਾਅਦ ਆਪਾਂ ਅਗਲੇ ਪੀਰੀਅਡ ਦੀ ਗੱਲ ਕਰਦੇ ਹਾਂ। ਜੀ ਸਰ, ਇਸ ਤਰ੍ਹਾਂ ਹੈ ਨਾ, ਇੱਕ ਨਵਾਂ ਦੇਸ਼ ਜਦੋਂ ਬਣਦਾ ਹੈ, ਹਾਂਜੀ, ਸਭ ਤੋਂ ਮਹੱਤਵਪੂਰਨ ਹੈ ਕਿ ਸੰਸਥਾਵਾਂ ਜਿਹੜੀਆਂ ਸਥਾਪਿਤ ਹੋਣੀਆਂ ਨਵੀਆਂ, ਜੀ ਪਾਰਲੀਮੈਂਟ ਨਵੀਂ ਹੈ, ਕਾਰਜਪਾਲਿਕਾ ਨਿਆਂਪਾਲਿਕਾ, ਹਾਂਜੀ, ਲੋਕਾਂ ਦੀਆਂ ਵੀ ਬੜੀਆਂ ਐਕਸਪੈਕਟੇਸ਼ਨ ਹੁੰਦੀਆਂ, ਠੀਕ ਹੈ। ਔਰ ਇੱਕ ਨੀਂਹ ਜਿਹੜੀ ਤੁਸੀਂ ਰੱਖਣ ਜਾ ਰਹੇ ਹੋ, ਠੀਕ ਹੈ, ਉਹਦੇ ਵਿੱਚ ਜਿਹੜੀ ਸ਼ੁਰੂ ਦੀ ਲੀਡਰਸ਼ਿਪ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਕਿਉਂਕਿ ਰਿਸੋਰਸਿਸ ਹਰ ਚੀਜ਼ ਜਿਹੜੀ ਹੈ ਤੁਸੀਂ ਜਿਹੜੀ ਹੈ ਉਹ ਪਲੈਨਿੰਗ ਕਰਨੀ ਹੈ, ਫਿਰ ਉਹਨੂੰ ਐਗਜ਼ੀਕਿਊਟ ਕਰਨਾ ਹੈ, ਠੀਕ ਹੈ ਜੀ। ਰਿਸੋਰਸਿਸ ਦੀ ਵੀ ਕਮੀ ਸੀ ਕਿਉਂਕਿ ਦੇਸ਼ ਕੋਲ ਬਹੁਤ ਸਾਰਾ ਅਤੇ ਜਿਹੜਾ ਹੈ ਅੰਗਰੇਜ਼ਾਂ ਨੇ ਲੁੱਟਮਾਰ ਕੀਤੀ ਔਰ ਰਿਸੋਰਸਿਸ ਤੋਂ ਹੈ ਨਹੀਂ ਸੀ। ਤਾਂ ਕਿਹਾ ਜਾਂਦਾ ਕਿ $1 $1 ਦੇ ਬਰਾਬਰ ਹੁੰਦਾ ਸੀ, ਮਤਲਬ 47 ਦੇ ਵਿੱਚ, ਹਾਂਜੀ ਜੀ। ਫਿਰ ਇੰਸਟੀਟਿਊਸ਼ਨ ਕਾਫੀ ਮਜ਼ਬੂਤ ਬਣੇ ਲੇਕਿਨ ਕਿਉਂਕਿ ਥੋੜ੍ਹਾ ਜਿਹਾ ਇੱਕ ਫੈਕਟਰ ਸੀ ਵੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਹੀ ਜਿਹੜੀ ਸੀ ਮੋਹਰੀ ਸੀ ਆਜ਼ਾਦੀ ਦੀ ਲੜਾਈ ਵਿੱਚ, ਅਤੇ ਉਹੀ ਪਾਰਟੀ ਜਿਹੜੀ ਸੀ ਉਹ ਜਿਹੜੀ ਪਾਵਰ 'ਚ ਆ ਗਈ ਔਰ ਉਹਦੇ ਨਾਲ ਥੋੜ੍ਹਾ ਜਿਹਾ ਵਨ ਪਾਰਟੀ ਡੋਮੀਨੈਂਸ ਸਿਸਟਮ ਅਸੀਂ ਕਹਿੰਦੇ ਵੀ ਇੰਡੀਆ ਦੇ ਵਿੱਚ ਵਨ ਪਾਰਟੀ ਡੋਮੀਨੈਂਸ ਸਿਸਟਮ, ਮਤਲਬ ਇੱਕ ਅੰਬਰੇਲਾ ਪਾਰਟੀ ਸੀ ਜਿਹਦੇ ਵਿੱਚ ਹਰ ਸ਼ੇਡ ਦੇ ਲੋਕ ਸੀ। ਲੇਕਿਨ ਦੇਸ਼ ਦੀ ਖੁਸ਼ਮਤੀ ਸੀ ਕਿ ਨਹਿਰੂ ਵਰਗੇ ਜਿਹੜੇ ਸੱਚੇ ਮੁੱਚੇ ਡੈਮੋਕਰੈਟਸ ਔਰ ਉਹਨਾਂ ਦੇ ਬਰਾਬਰ ਦੀ ਜਿਹੜੀ ਲੀਡਰਸ਼ਿਪ ਸੀ ਪਟੇਲ ਸਾਹਿਬ ਦੀ ਜਾਂ ਸੁਭਾਸ਼ ਜੀ ਜਾਂ ਹੋਰ ਰਾਜਿੰਦਰ ਪ੍ਰਸਾਦ, ਬੜੀ ਟੌਪ ਦੀ ਲੀਡਰਸ਼ਿਪ ਸੀ, ਬੜੀ ਕਰੀਮ ਸੀ ਔਰ ਆਪੋਜੀਸ਼ਨ ਦਾ ਬਹੁਤ ਮਾਣ ਸਤਿਕਾਰ ਸੀ। ਈਵਨ ਜਿਹੜੇ ਸੀ ਕਈ ਇਹੋ ਜਿਹੇ ਬੰਦੇ ਜਿਹਨਾਂ ਅੰਬੇਡਕਰ ਸਾਹਿਬ ਨੂੰ ਨਹਿਰੂ ਜੀ ਨੇ ਆਪਣੀ ਕੈਬਨਿਟ ਵਿੱਚ ਲਿਆ, ਮਤਲਬ ਇਹ ਚੀਜ਼ਾਂ ਜਿਹੜੀਆਂ ਸੀ। ਔਰ ਫਿਰ ਤੁਸੀਂ ਦੇਖੋ ਜਿਹੜਾ ਸੰਸਥਾਵਾਂ ਦਾ ਗਠਨ ਕੀਤਾ ਗਿਆ ਔਰ ਉਹਨਾਂ ਦੇ ਵਿੱਚ ਉਹਨਾਂ ਨੂੰ ਟਰੂਲੀ ਜਿਹੜਾ ਹੈ ਕਹਿ ਲਓ ਫੋਲੋ ਕੀਤਾ ਗਿਆ। ਲੇਕਿਨ ਮੈਂ ਇਹ ਸਮਝਦਾ ਕਿ ਜਿਉਂ-ਜਿਉਂ ਅਸੀਂ ਅੱਗੇ ਆਉਂਦੇ ਗਏ ਥੋੜ੍ਹਾ ਜਿਹਾ ਐਮਰਜੈਂਸੀ ਦਾ ਟਾਈਮ ਆਇਆ ਇੰਦਰਾ ਗਾਂਧੀ ਦਾ, ਉਹ ਥੋੜ੍ਹਾ ਜਿਹਾ ਸਾਡੇ ਲੋਕਤੰਤਰ ਵਾਸਤੇ ਥੋੜ੍ਹਾ ਜਿਹਾ ਇੱਕ ਸ਼ੌਕ ਸੀ ਲੋਕਾਂ ਨੇ, ਪਰ ਉਸ ਤੋਂ ਬਾਅਦ ਲੋਕਾਂ ਨੇ ਇਹੋ ਜਿਹੀ ਚੀਜ਼ ਨਹੀਂ ਦੇਖੀ। ਮਤਲਬ ਸਾਡਾ ਡੈਮੋਕ੍ਰੈਟਿਕ ਇਹ ਜਿਹੜੇ ਵੈਸਟਰਨ ਆਥਰ ਸੀ ਨੌਮੰਡੀ ਪਾਵਰ ਵਰਗੇ ਉਹ ਕਹਿੰਦੇ ਸੀ ਹੂ ਆਫਟਰ ਨਹਿਰੂ, ਹੂ ਆਫਟਰ ਇੰਦਰਾ, ਪਰ ਸਾਡਾ ਜਿਹੜਾ ਡੈਮੋਕ੍ਰੈਟਿਕ ਹੈ ਉਹ ਬਹੁਤ ਹੀ ਪੀਸਫੁਲ ਪ੍ਰੋਸੈਸ ਔਰ ਬੜੀ ਸਮੂਥ ਟ੍ਰਾਂਜੀਸ਼ਨ ਜਿਹੜੀ ਹੋਈ। ਆਰਥਿਕ ਵਿਕਾਸ ਵੀ ਦੇਸ਼ ਨਾਲ ਕਰਦਾ ਰਿਹਾ, ਪਰ ਜਿਹੜੀ ਸਟਰੋਂਗ ਪੋਲੀਟੀਕਲ ਵਿਲ ਸੀ ਫਿਰ ਥੋੜ੍ਹਾ ਜਿਹਾ ਪੀਰੀਅਡ ਕੋਲੇਸ਼ਨ ਪੋਲੀਟਿਕਸ ਦਾ ਵੀ ਆ ਗਿਆ। ਫਿਰ ਗਲੋਬਲਾਈਜੇਸ਼ਨ ਦਾ ਦੌਰ ਸ਼ੁਰੂ ਹੋਇਆ ਡਾਕਟਰ ਮਨਮੋਹਨ ਸਿੰਘ ਹੁਣਾਂ ਨਾਲ, ਪਰ ਉਹ ਜ਼ਿਆਦਾ ਸਟਰੋਂਗਲੀ ਕਿਉਂਕਿ ਕੋਲੇਸ਼ਨ ਪੋਲੀਟਿਕਸ ਕਰਕੇ
ਕਈ ਵਾਰੀ ਸਰਕਾਰ ਸਟਰੋਂਗ ਡਿਸੀਜਨ ਨਹੀਂ ਲੈ ਸਕਦੀ ਔਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਸਟਰੋਂਗਲੀ ਕਰ ਸਕਦੀ। ਤੋ ਉਸ ਤੋਂ ਬਾਅਦ ਜਿਹੜਾ ਹੈ ਮਤਲਬ ਤਰੱਕੀ ਕੀਤੀ ਹੈ, ਪਰ ਉਨੀ ਜ਼ਿਆਦਾ ਸਪੀਡ ਨਾਲ ਅਸੀਂ ਤਰੱਕੀ ਨਹੀਂ ਕਰ ਸਕੇ। ਉਹਦਾ ਕਈ ਕਾਰਨ ਹੋ ਸਕਦੇ ਆ, ਰਿਸੋਰਸਿਸ ਦੀ ਵੀ ਕਮੀ ਹੋ ਸਕਦੀ ਹੈ, ਲੀਡਰਸ਼ਿਪ ਦੀ ਵੀ ਜਿਹੜੀ ਹੈ ਸਟਰੋਂਗ ਪੋਲੀਟੀਕਲ ਵਿਲ ਦੀ ਕਮੀ ਹੋ ਸਕਦੀ ਹੈ। ਲੇਕਿਨ ਇਹ ਹੈ ਕਿ ਜਿਹੜੇ ਜਿਸ ਸਟੇਜ 'ਤੇ ਅਸੀਂ ਹੁਣ ਖੜੇ ਹਾਂ, ਇਹ ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਹੈ ਸੁਪਰ ਪਾਵਰ ਵਾਲੀ ਇੱਕ ਟੇਕ ਆਫ ਸਟੇਜ ਹੈ, ਜਿਹਦੇ ਵਿੱਚ ਸਾਰੇ ਹੀ ਜਿਹੜੇ ਰਿਸੋਰਸਿਸ ਹੈ, ਸਾਡੇ ਮੈਨ ਪਾਵਰ ਹੈ, ਲੀਡਰਸ਼ਿਪ ਹੈ, ਮਿਲਟਰੀ ਹੈ, ਹਿਊਮਨ ਰਿਸੋਰਸਿਸ ਹੈ, ਕਿਉਂਕਿ ਇੰਡੀਆ ਇੱਕ IT ਪਾਵਰ ਤਾਂ ਹੈ ਹੀ ਹੈ। ਕਈ ਮਾਮਲਿਆਂ ਵਿੱਚ ਤਾਂ ਅਸੀਂ ਆਲਮੋਸਟ ਡਿਵੈਲਪਿੰਗ ਹੈ। ਮਤਲਬ ਸਾਡਾ ਤੁਸੀਂ ਦੇਖੋ ਕਿੰਨਾ ਫਾਰਮਾ ਇੰਡਸਟਰੀ ਕੋਵਿਡ ਵਿੱਚ ਅਸੀਂ ਦੁਨੀਆ ਦੀ ਆਪ ਹੀ ਨਹੀਂ ਦੁਨੀਆ ਦੀ ਮਦਦ ਕੀਤੀ ਹੈ ਔਰ ਬੜਾ ਭਾਰਤ ਦਾ ਇੱਕ ਨਾਂ ਬਣਿਆ। IT ਵਿੱਚ ਦੁਨੀਆ ਸਾਨੂੰ ਜਾਣਦੀ ਹੈ, ਹਾਂਜੀ, ਸਟਾਰਟਅਪ ਵਿੱਚ ਦੁਨੀਆ ਸਾਨੂੰ ਜਾਣਦੀ ਹੈ। ਕਈ ਵਾਰ ਕੀ ਹੁੰਦਾ ਕਿ ਤੁਹਾਡੇ ਕੋਲ ਕੈਪੇਬਿਲਿਟੀ ਹੈ, ਤੁਸੀਂ ਕਮਿਊਨੀਕੇਟ ਨਹੀਂ ਕਰ ਪਾਉਂਦੇ, ਲੇਕਿਨ ਹੁਣ ਉਹੋ ਜਿਹੀ ਕੋਈ ਸਮੱਸਿਆ ਹੈ ਨਹੀਂ। ਸੋ ਇਸ ਕਰਕੇ ਅਸੀਂ ਮਤਲਬ ਹੁਣ ਇਸ ਸਥਿਤੀ ਵਿੱਚ ਹਾਂ ਕਿ ਭਾਰਤ ਇੱਕ ਵੱਡੇ ਤੋਂ ਵੱਡੇ ਸੁਪਰ ਪਾਵਰ ਨਾਲ ਜਿਹੜਾ ਅਸੀਂ ਸਾਡੀ ਫੋਰਨ ਪਾਲਿਸੀ ਦੀ ਜਿਹੜੀ ਕਾਮਯਾਬੀ ਉਹ ਬਹੁਤ ਹੀ ਬਿਹਤਰ ਹੈ, ਕਿਉਂਕਿ ਅਸੀਂ ਇੰਨਾ ਵਧੀਆ ਬੈਲੈਂਸ ਮੇਨਟੇਨ ਕੀਤਾ ਹੈ ਕਿ ਦੁਨੀਆ ਦਾ ਕੋਈ ਇਹੋ ਜਿਹਾ ਕੰਟਰੀ ਨਹੀਂ ਹੈ, ਜੋ ਕੋਈ ਦੇਸ਼ ਨਹੀਂ ਹੈ ਜਿਹੜਾ ਜਿਹੜੀ ਗਵਰਨਮੈਂਟ ਦੀ ਸ਼ਿਫਟ ਨਹੀਂ ਕਰ ਰਿਹਾ ਕਿ ਇਹੋ ਜਿਹੀ ਕ੍ਰਾਈਸਿਸ ਵਿੱਚ ਜਦੋਂ ਪੂਰਾ ਗਲੋਬਲ ਰਿਸੈਸ਼ਨ ਚੱਲ ਰਿਹਾ, ਭਾਰਤ ਦੀ ਇਕੋਨਮੀ ਫਿਰ ਵੀ ਜਿਹੜੀ ਹੈ ਮਤਲਬ ਤਰੱਕੀ ਨਹੀਂ, ਪਰ ਬਾਕੀਆਂ ਦੇ ਰਿਲੇਟਿਵਲੀ ਅਸੀਂ ਬਹੁਤ ਬੈਟਰ ਪਲੇਸ 'ਚ ਹਾਂ। ਜੀ, ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਸਨ 2014 ਤੋਂ ਬਾਅਦ ਸਨ 2023 ਜੋ ਚੱਲ ਰਿਹਾ ਅੱਜ ਦੇ ਦਿਨ ਤੱਕ, ਜੋ ਸਨ 2014 ਤੋਂ ਪਹਿਲਾਂ 1947 ਤੋਂ ਲੈ ਕੇ ਸਨ 2014 ਤੱਕ ਮੋਦੀ ਸਾਹਿਬ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਜੋ ਵੀ ਗਵਰਨਮੈਂਟ ਇਦਾਰੇ ਬਣੇ, ਜੋ ਵੀ ਤਰੱਕੀ ਕੀਤੀ, ਉਹ ਸਨ 2014 ਤੋਂ ਬਾਅਦ ਸਭ ਪ੍ਰਾਈਵੇਟਾਈਜ਼ ਕਰੀ ਜਾ ਰਹੇ ਹਾਂ, ਸਭ ਵੇਚੀ ਜਾ ਰਹੇ ਹਾਂ ਔਰ ਉਸ ਦਾ ਪੈਸਾ ਸਾਨੂੰ ਖਜ਼ਾਨੇ 'ਚ ਆ ਰਿਹਾ। ਔਰ ਜਿਹੜੀਆਂ ਸਾਡੀਆਂ ਫੋਰਨ ਪਾਲਿਸੀਜ਼ ਵੀ ਨੇ ਉਹਦੇ 'ਚ ਕੁਝ ਇੱਕ ਬਿਜ਼ਨਸ ਗਰੁੱਪ ਨੇ ਜਿਨ੍ਹਾਂ ਨੂੰ ਖਾਸ ਫਾਇਦਾ ਮਿਲਦਾ ਹੈ, ਉਹ ਹਮੇਸ਼ਾ ਸਾਡੇ PM ਸਾਹਿਬ ਦੇ ਨਾਲ ਹੁੰਦੇ ਨੇ। ਜਦੋਂ ਵੀ ਕਿਤੇ ਫੋਰਨ ਡੈਲੀਗੇਸ਼ਨਸ ਹੁੰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੀਆਂ ਕੰਪਨੀਆਂ ਨੂੰ ਉਹ ਵੱਡੇ ਵੱਡੇ ਕੰਟਰੈਕਟਸ ਮਿਲਦੇ ਨੇ। ਸੋ ਇਹ ਗਵਰਨਮੈਂਟ ਕੁਝ ਇੱਕ ਕਾਰਪੋਰੇਟਸ ਵਾਸਤੇ ਕੰਮ ਕਰ ਰਹੀ ਹੈ ਔਰ ਜੋ ਵੀ ਸਰਕਾਰੀ ਸੰਪत्ति ਬਣੀ ਹੋਈ ਹੈ ਉਸ ਨੂੰ ਵੇਚੀ ਜਾ ਰਹੀ ਹੈ। ਸੋ ਇਹ ਹੈ ਇਹਨਾਂ ਦੀ ਸਟ੍ਰੈਟਜੀ, ਇਹ ਹੈ ਇਹਨਾਂ ਦੀ ਇਕਨੋਮਿਕ ਪਾਲਿਸੀ, ਇਹ ਹੈ ਇਹਨਾਂ ਦੀ ਫੋਰਨ ਪਾਲਿਸੀ। ਇਹ ਸਾਰੀ ਗੱਲ ਕਹੀ ਜਾਂਦੀ ਹੈ ਜੋ ਇਹਨਾਂ ਬਾਰੇ ਤੁਸੀਂ ਕਹਿ ਸਕਦੇ ਹੋ ਓਪੋਜੀਸ਼ਨ ਗੱਲਾਂ ਕਰਦੀ ਹੈ ਜਾਂ ਕੁਝ ਐਕਸਪਰਟਸ ਗੱਲਾਂ ਕਰਦੇ ਨੇ ਕਿ ਵਾਟਸ ਨਿਊ। ਇਹ ਸਿਰਫ ਮਾਰਕੀਟਿੰਗ ਹੈ, ਇਹ ਸਿਰਫ ਗੱਲਾਂ ਨੇ ਕਿ ਅਸੀਂ ਵੱਡੇ ਹਾਂ, ਗੱਲਾਂ ਕਰਨ ਨਾਲ ਅਸੀਂ ਵੱਡੇ ਨਹੀਂ ਹੋ ਸਕਦੇ, ਕਿਉਂਕਿ ਐਕਚੁਅਲੀ ਸਾਡੀ ਪੋਜੀਸ਼ਨ ਕਾਫੀ ਕਮਜ਼ੋਰ ਹੈ। ਜਿਹੜੀ ਇਕਨੋਮਿਕ ਦੇ ਸਟੈਟਿਸਟਿਕਸ ਆਉਂਦੇ ਨੇ ਉਹ ਵੀ ਮੈਨੀਪੂਲੇਸ਼ਨਸ ਨੇ ਔਰ ਸਾਡੀ ਇਕੋਨਮੀ ਮਾਈਨਸ ਜਾ ਚੁੱਕੀ ਹੈ ਔਰ ਮੈਨੀਪੂਲੇਸ਼ਨ ਕਰਕੇ ਆંકੜਿਆਂ ਦੀ ਸਾਨੂੰ ਜ਼ਬਰਦਸਤ ਦਿਖਾਇਆ ਜਾ ਰਿਹਾ, ਮਜ਼ਬੂਤ ਦਿਖਾਇਆ ਜਾ ਰਿਹਾ। ਐਕਚੁਅਲ ਪੋਜੀਸ਼ਨ ਸਾਡੀ ਜੋ ਹੈ ਇੰਨੀ ਸਟਰੋਂਗ ਨਹੀਂ ਹੈ। ਔਰ ਹੁਣ ਹਿੰਡਨਬਰਗ ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਇੱਕ ਅਲੱਗ ਖੁਲਾਸਾ ਹੁੰਦਾ ਹੈ। BBC ਦੀ ਡਾਕੂਮੈਂਟਰੀ ਆਉਂਦੀ ਹੈ ਜਿਹਦੇ ਉੱਤੇ ਬੈਨ ਕਰ ਦਿੱਤਾ ਗਿਆ, ਇੱਕ ਅਲੱਗ ਖੁਲਾਸਾ ਹੁੰਦਾ ਹੈ। ਇੱਕ ਤੀਸਰਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੈ, ਪ੍ਰਾਈਮ ਮਿਨਿਸਟਰ ਰਿਲੀਫ ਫੰਡ ਜੋ ਸਨ 1950 ਤੋਂ ਚੱਲ ਰਿਹਾ ਸੀ, ਉਹ ਇੱਕ ਅਲੱਗ ਚੀਜ਼ ਹੈ। ਇਹ ਜਿਹੜਾ ਨਵਾਂ ਹੈ ਜੋ ਵਾਇਰਸ 19 ਤੋਂ ਬਾਅਦ ਬਣਿਆ ਹੈ ਜਾਂ ਸ਼ਾਇਦ ਉਸ ਤੋਂ ਪਹਿਲਾਂ ਵੀ ਇਹਦਾ ਕੁਝ ਨਾ ਕੁਝ ਵਜੂਦ ਰਿਹਾ ਹੈ, ਉਹ ਇੱਕ ਟਰਸਟ ਦੇ ਰੂਪ ਦੇ ਵਿੱਚ ਆਇਆ। ਇੱਕ ਤੀਸਰੀ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦਾ ਪੈਸਾ ਕਿੱਧਰ ਜਾ ਰਿਹਾ ਹੈ। ਸੋ ਇਹ ਕਈ ਗੱਲਾਂ ਨੇ, ਐਕਸਪਰਟਸ ਕਹਿੰਦੇ ਨੇ ਔਰ ਓਪੋਜੀਸ਼ਨ ਕਹਿੰਦੀ ਹੈ ਔਰ ਕੁਝ ਆਲੋਚਕ ਵੀ ਕਹਿੰਦੇ ਨੇ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਨੇ। ਇਹ ਸਭ ਨੂੰ ਦੇਖਦੇ ਹੋਏ ਕੀ ਪੋਜੀਸ਼ਨ ਹੈ BJP ਦੀ ਇਸ ਵਕਤ? ਦੇਖੋ, ਇੱਕ ਗੱਲ ਤੇ ਬੜੀ ਸਾਨੂੰ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਅਗਰ ਕਿਸੇ ਵੀ ਵਿਅਕਤੀ ਕੋਲ ਜ਼ਿਆਦਾ ਪਾਵਰ ਹੈ ਤਾਂ ਉਹਦਾ ਮਤਲਬ ਜ਼ਿਆਦਾ ਮੋਰ ਪਾਵਰ ਮੀਨ ਮੋਰ ਰਿਸਪੌਂਸਿਬਿਲਿਟੀ। ਜੀ, ਠੀਕ ਹੈ ਨਾ। ਔਰ ਡੈਮੋਕ੍ਰੇਸੀ ਵਿੱਚ ਜੇ ਆਪਾਂ ਕਹਿ ਦਈਏ ਵੀ ਮੈਜੋਰੀਟੇਰੀਅਨਿਜ਼ਮ ਹੈ ਤੇ ਉਹ ਚੱਲ ਨਹੀਂ ਸਕਦਾ, ਕਿਉਂਕਿ ਭਾਰਤ ਦੀ ਜਿਹੜੀ ਡਾਇਵਰਸਿਟੀ ਇੰਨੀ ਜ਼ਿਆਦਾ ਹੈ ਕਿ ਇਹਦੇ ਵਿੱਚ ਸਿਰਫ ਡੈਮੋਕ੍ਰੇਸੀ ਇਨ ਦਾ ਸੈਂਸ ਕਿ ਇਹ ਨਹੀਂ ਕਿ ਤੁਸੀਂ ਦੂਜੇ ਨੂੰ ਗੱਲ ਕਰਨ ਦਿਓ ਔਰ ਉਹਦੀ ਗੱਲ ਸੁਣੋ। ਜੀ, ਮਤਲਬ ਉਹਦੀ ਭਾਵੇਂ ਗੱਲ ਨਾ ਮੰਨੋ ਪਰ ਉਹਨੂੰ ਨਹੀਂ ਤੇ ਫਿਰ ਉਹ ਸੁਣਾਏਗਾ, ਉਹ ਪ੍ਰੈਸ ਦੇ ਥਰੂ ਲੋਕਾਂ ਤੱਕ ਪਹੁੰਚੇਗੀ, ਫਿਰ ਉਹ ਪਬਲਿਕ ਓਪੀਨੀਅਨ ਬਣੇਗੀ। ਉਹੀ ਬੰਦੇ ਨੇ ਫਿਰ ਡੈਮੋਕ੍ਰੇਸੀ ਵਿੱਚ ਵੋਟ ਵੀ ਪਾਉਣਾ ਹੈ। ਹਾਂਜੀ, ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜਿਸ ਤਰ੍ਹਾਂ ਪ੍ਰੈਜ਼ੈਂਟ ਜਿਹੜਾ ਸਾਡੇ ਕੋਲ ਡਿਸਪੈਂਸੇਸ਼ਨ ਹੈ ਔਰ ਉਹਨਾਂ ਕੋਲ ਮੈਜੋਰਿਟੀ ਕਾਫੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਜ਼ਿਆਦਾ ਪਾਵਰ ਦੇ ਨਾਲ ਜ਼ਿਆਦਾ ਰਿਸਪੌਂਸਿਬਿਲਿਟੀ ਜਿਹੜੀ ਹੈ
ज़्यादा ट्रांसपेरेंसी चाहिए है, क्योंकि कोई ਉਂਗਲੀ ਉਠਾਏ ਕਿਉਂ, ਉਸ ਤੋਂ ਪਹਿਲਾਂ ਹੀ ਤੁਸੀਂ ਸਾਰਾ ਕੁਝ ਕ੍ਰਿਸਟਲ ਕਲੀਅਰ ਕਿਹਾ ਵੀ ਇਹ ਚੀਜ਼ਾਂ ਇਸ ਤਰ੍ਹਾਂ ਹੈ ਜਾਂ ਇਸ ਤਰ੍ਹਾਂ ਹੈ। ਕਿਉਂਕਿ ਆਪੋਜੀਸ਼ਨ ਕਈ ਵਾਰੀ ਆਪੋਜੀਸ਼ਨ ਦਾ ਰੋਲ ਪੋਜ਼ਿਟਿਵ ਤੇ ਖੈਰ ਹੁੰਦਾ ਹੀ ਹੈ, ਕਈ ਵਾਰ ਆਪੋਜੀਸ਼ਨ ਫॉर द ਸੇਕ ਆਫ ਆਪੋਜੀਸ਼ਨ ਵੀ ਹੋ ਜਾਂਦਾ ਜੀ। ਠੀਕ ਹੈ, ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅੱਜ ਕੱਲ੍ਹ ਇਹ ਲੋਕਾਂ ਨੂੰ ਪਤਾ ਨਹੀਂ ਹੈ, ਸੋਸ਼ਲ ਮੀਡੀਆ ਬਹੁਤ ਐਕਟਿਵ ਹੈ, ਅਲਟਰਨੇਟਿਵ ਨੈਰੇਟਿਵ ਲੋਕਾਂ ਨੂੰ ਪਤਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗਾ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜਾ ਤੁਸੀਂ ਹਿੰਡਨਬਰਗ ਰਿਪੋਰਟ ਦੀ ਗੱਲ ਕਹੀ ਜਾਂ BBC ਦੀ ਗੱਲ ਕਹੀ, ਕਿਉਂਕਿ ਡੈਮੋਕ੍ਰੇਸੀ ਵਿੱਚ ਕੋਈ ਚੀਜ਼ ਛੁਪਾ ਤੇ ਸਕਦੇ ਨਹੀਂ। ਹਾਂਜੀ, ਔਰ ਇਹ ਕੋਈ ਵੀ ਇੱਕ ਚੀਜ਼, ਇੱਕ ਈਵੈਂਟ ਇੱਕ ਛੋਟੇ ਜਿਹੇ ਸ਼ਹਿਰ 'ਚ ਹੁੰਦੀ ਹੈ ਅਤੇ ਉਸੇ ਵੇਲੇ ਵਾਇਰਲ ਹੋ ਜਾਂਦੀ ਹੈ ਅਤੇ ਉਹ ਪੂਰੇ ਵਰਲਡ ਵਿੱਚ ਮਤਲਬ ਤੁਸੀਂ ਜਿੰਨਾ ਮਰਜ਼ੀ ਛੁਪਾਉਣ ਦੀ ਕੋਸ਼ਿਸ਼ ਕਰੋ, ਉਹ ਚੀਜ਼ ਬਾਹਰ ਆ ਜਾਂਦੀ ਹੈ। ਤੋ ਇਹ ਇੱਕ ਸਾਡੇ ਲੋਕਤੰਤਰ ਦੀ ਬੜੀ ਖੂਬਸੂਰਤੀ ਹੈ ਕਿ ਹਰ ਬੰਦਾ ਆਪਣੀ ਗੱਲ ਸੋਸ਼ਲ ਮੀਡੀਆ 'ਤੇ ਵੀ ਕਰ ਸਕਦਾ, ਐਕਸਪਰਟਸ ਵੀ ਬੈਠਦੇ ਨੇ। ਹਾਂਜੀ, ਅਤੇ ਇਹ ਵੀ ਕਈ ਵਾਰ ਕੁਐਸਚਨ ਜਿਹੜੇ ਹੁੰਦੇ ਆ, ਕਿਉਂਕਿ ਗੌਰਮੈਂਟ ਨੇ ਆਪਣੀ ਪੋਜੀਸ਼ਨ ਕਲੀਅਰ ਕਰਨੀ ਹੁੰਦੀ ਹੈ ਕਿ ਹਾਂ ਬਈ ਸਾਡੇ ਅਗਰ ਆਪਾਂ ਕੋਈ ਗੜਬੜ ਨਹੀਂ ਕੀਤੀ, ਉਹ ਰੈਡੀ ਫਾਰ ਏ ਪ੍ਰੋਪ, ਉਹਦੇ 'ਚ ਕੋਈ ਪ੍ਰੋਬਲਮ ਹੀ ਨਹੀਂ ਹੈ। ਹਾਂਜੀ, ਬਾਕੀ ਹਰ ਜਿਹੜਾ ਹੈ ਕੋਈ ਵੀ ਕੋਈ ਫਿਲਮ ਬਣਦੀ ਹੈ ਜੋ ਉਹ ਹੈ, ਉਹਦੇ ਵਿੱਚ ਵੀ ਇੱਕ ਵਿਊ ਪੁਆਇੰਟ ਹੈ, ਇੱਕ ਜਿਹੜਾ ਹੈ ਸੱਚਾਈ ਨੂੰ ਮਤਲਬ ਐਕਸਪ੍ਰੈਸ ਕਰਨ ਦਾ ਤਰੀਕਾ ਹੈ, ਚਾਹੇ ਤੁਸੀਂ ਫਿਲਮ ਰਾਹੀਂ ਕਰੋ, ਬੋਲ ਕੇ ਕਰੋ ਜਾਂ ਸੋਸ਼ਲ ਮੀਡੀਆ ਰਾਹੀਂ ਕਰੋ। ਲੇਕਿਨ ਜਿਹੜਾ ਇੱਕ ਗੱਲ ਸਪਸ਼ਟ ਹੈ ਵੀ ਕੋਈ ਵੀ ਦੇਸ਼ ਜਿਹੜਾ ਨਾ ਉਹ ਇਕੱਲਾ ਤੇ ਗੁਜ਼ਾਰਾ ਕਰ ਨਹੀਂ ਸਕਦਾ, ਉਹਨੂੰ ਬਾਹਰੀ ਦੇਸ਼ਾਂ ਨਾਲ ਸੰਬੰਧ ਵੀ ਬਣਾਉਣੇ ਪੈਣੇ, ਬਾਹਰੀ ਇਨਵੈਸਟਮੈਂਟ ਵੀ ਲੈਣੀ ਪੈਣੀ ਹੈ, ਟੈਕਨੋਲੋਜੀ ਲੈਣੀ ਵੀ ਪੈਣੀ ਹੈ, ਦੇਣੀ ਵੀ ਪੈਣੀ ਹੈ। ਠੀਕ ਹੈ ਨਾ, ਇਹ ਤੋਂ ਮਤਲਬ ਹੈ, ਇਹਦੇ ਤੋਂ ਬਿਨਾਂ ਤੇ ਮਤਲਬ ਇਨੋਵੇਟੇਬਲ ਹੈ ਕਿ ਤੁਹਾਨੂੰ ਯੂ ਹੈਵ ਟੂ ਬੀ ਪਾਰਟ ਆਫ ਦ ਗਲੋਬਲ ਇਕੋਨਮੀ। ਆਈਸੋਲੇਸ਼ਨ ਵਿੱਚ ਤੁਸੀਂ ਨਹੀਂ ਰਹਿ ਸਕਦੇ। ਰਾਈਟ ਸਰ। ਲੇਕਿਨ ਉਹਦੇ ਨਾਲ ਨਾਲ ਵੀ ਹੈ ਕਿ ਮਤਲਬ ਬਜਾਏ ਕਿ ਕੋਈ ਇਹ ਖੈਰ ਪੁਆਇੰਟ ਹੈਗਾ, ਮੈਂ ਵੀ ਇੱਕ ਦੋ ਦਿਨ ਤੋਂ ਦੇਖ ਰਿਹਾ ਸੀ ਕਿ ਜਿਹੜੀ ਫੋਰਨ ਪ੍ਰੈਸ ਹੈ ਉਹ ਸਾਡੀ ਨੈਗੇਟਿਵ ਨਿਊਜ਼ ਨੂੰ ਜ਼ਿਆਦਾ ਪ੍ਰੋਜੈਕਟ ਕਰਦੀ। ਰਾਈਟ ਸਰ। ਜਿਹੜੀ ਸਾਡੀ ਪੋਜ਼ਿਟਿਵ ਨਿਊਜ਼ ਹੈ ਜਾਂ ਕਈ ਈਵਨ ਆਪਣੇ ਚੈਨਲ ਵੀ ਹੈ, ਉਹ ਬ੍ਰੇਕਿੰਗ ਨਿਊਜ਼ ਦੇ ਪਿੱਛੇ ਜ਼ਿਆਦਾ ਪੈ ਜਾਂਦੇ ਆ, ਔਰ ਉਹ ਕੋਈ ਪੋਜ਼ਿਟਿਵ ਕੋਈ ਅੱਛਾ ਕੰਮ ਹੋ ਰਿਹਾ, ਕੋਈ ਹਾਈਵੇ ਬਣ ਰਿਹਾ, ਕੋਈ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰੋਜੈਕਟ ਕਰਨਾ ਚਾਹੀਦਾ। ਬਾਕੀ ਸਮਾਜ ਵਿੱਚ ਥੋੜ੍ਹੀ ਬਹੁਤ ਵਾਇਲੈਂਸ ਜਿਹੜੀ ਹੁੰਦੀ ਹੈ ਉਹ ਕੋਈ ਨਿਊਜ਼ ਵੱਧਦੀ ਤਾਂ ਨਹੀਂ ਇੰਨੀ ਹੁੰਦੀ। ਠੀਕ ਹੈ, ਉਹ ਲਾਅ ਐਂਡ ਆਰਡਰ ਵੱਲ ਇੰਡੀਕੇਟ ਜ਼ਰੂਰ ਕਰਦੀ ਹੈ, ਲੇਕਿਨ ਉਹਦਾ ਮਤਲਬ ਕੋਈ ਆਊਟਪੁੱਟ ਤਾਂ ਨਹੀਂ ਹੈ ਕਿਸੇ ਤਰ੍ਹਾਂ ਨਾਲ। ਇਸ ਕਰਕੇ ਮੈਂ ਇਹ ਸਮਝਦਾ ਕਿ ਗਲੋਬਲਾਈਜੇਸ਼ਨ 'ਤੇ ਸਾਨੂੰ ਵਰਲਡ ਦੀ ਇਕਾਨਮੀ ਨਾਲ ਤਾਂ ਜੁੜਨਾ ਹੀ ਪੈਣਾ, ਔਰ ਉਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਤੋਂ ਬਿਨਾਂ ਵੀ ਕੋਈ ਵੇ ਆਊਟ ਨਹੀਂ, ਕਿਉਂਕਿ ਇਨਵੈਸਟਮੈਂਟ ਜਿਹੜੀ ਹੈ, ਇਨਵੈਸਟਮੈਂਟ ਆਏਗੀ ਅਤੇ ਉਹਦੇ ਨਾਲ ਜਿਹੜਾ ਹੈ ਜੋਬ ਕ੍ਰੀਏਟ ਹੋਣਗੇ, ਔਰ ਸਾਰਾ ਕੁਛ ਹੀ ਪੂਰੀ ਇਕੋਨਮੀ ਜਿਹੜੀ ਹੈ ਉਹ ਮਤਲਬ ਵਿਗਰਸਲੀ ਚਲੇਗੀ, ਉਹ ਸਾਰਾ ਕੁਛ ਹੀ ਚਲੇਗਾ। ਹਾਂਜੀ, ਲੇਕਿਨ ਇਹ ਅਸੀਂ ਕੋਈ ਚਾਈਨਾ ਵਾਲਾ ਮਾਡਲ ਨਹੀਂ ਹੈ ਕਿ ਬਈ ਲੋਕਾਂ ਨੂੰ ਠੀਕ ਹੈ ਉੱਥੇ ਇਕਨੋਮਿਕ ਜ਼ੋਨ ਬਣਾਏ ਹੋਏ ਨੇ, ਕੰਪਨੀਆਂ ਨੂੰ ਸਹੂਲਤਾਂ ਮਿਲਣੀਆਂ, ਸਾਰਾ ਕੁਛ ਟੈਕਸ ਹੌਲੀਡੇ ਹੈ, ਪਰ ਉਹਨਾਂ ਦਾ ਐਜ਼ ਏ ਪੋਲੀਟੀਕਲ ਸਿਸਟਮ ਜਾਂ ਐਜ਼ ਏ ਡੈਮੋਕ੍ਰੇਸੀ ਅਤੇ ਉਹਨਾਂ ਦਾ ਕੋਈ ਰੈਪੂਟੇਸ਼ਨ ਕੋਈ ਚੰਗਾ ਨਹੀਂ ਹੈ। ਇਸ ਕਰਕੇ ਇੰਡੀਆ ਇੱਕ ਬੈਸਟ ਡੈਸਟੀਨੇਸ਼ਨ ਹੈ ਕਿ ਇੱਥੇ ਓਪਨ ਇਕੋਨਮੀ ਹੈ, ਓਪਨ ਸੁਸਾਇਟੀ ਵੀ ਹੈ, ਇਹ ਸਾਡਾ ਪਲੱਸ ਪੁਆਇੰਟ। ਪਰ ਅਸੀਂ ਉਹਨਾਂ ਕੋਵਿਡ ਦਾ ਉਹਨਾਂ ਫਾਇਦਾ, ਉਨੀ ਕੰਪਨੀਜ਼ ਜੋ ਅਸੀਂ ਐਕਸਪੈਕਟ ਕਰਦੇ ਸੀ ਵੀ ਚਾਈਨਾ ਤੋਂ ਆ ਜਾਣਗੀਆਂ ਸਾਡੇ ਕੋਲ, ਉਹਨੀਆਂ ਆਈਆਂ ਨਹੀਂ ਹੈ, ਰਾਦਰ ਸਾਊਥ ਕੋਰੀਆ ਵੱਲ ਚਲੇ ਗਈਆਂ ਜਾਂ, ਲੇਕਿਨ ਫਿਰ ਵੀ ਕੁਛ ਨਾ ਕੁਛ ਇਨੀਸ਼ੀਏਟਿਵ ਤਾਂ ਹੈ, ਜਿੱਦਾਂ ਐਪਲ ਵਗੈਰਾ ਇੱਥੇ ਮੈਨੂਫੈਕਚਰਿੰਗ ਉਹ ਸਾਰਾ ਕੁਛ ਹੈ, ਪਰ ਹੁਣ ਅਸੀਂ ਜ਼ਿਆਦਾ ਉਹਦਾ ਲਾਭ ਨਹੀਂ ਲੈ ਸਕੇ। ਜੀ ਡਾਕਟਰ ਸਾਹਿਬ, ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਸਾਡੇ ਭਾਰਤ ਦੀ ਰਾਜਨੀਤੀ ਦੇ ਵਿੱਚ ਧਰਮ ਦਾ ਕੀ ਸਥਾਨ ਹੈ। ਜੀ ਡਾਕਟਰ ਸਾਹਿਬ। ਜੀ, ਧਰਮ ਤੇ ਖੈਰ ਬੜਾ ਇੰਪੋਰਟੈਂਟ ਫੈਕਟਰ ਹੈਗਾ। ਭਾਰਤ ਤੇ ਵੈਸੇ ਹੀ ਸ਼ੁਰੂ ਤੋਂ ਇੱਕ ਅਧਿਆਤਮਕ ਦੇਸ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਲੇਕਿਨ ਧਰਮ ਜਿਹੜਾ ਹੈ ਉਹ ਬੜਾ ਡੀਪ ਰੂਟਡ ਹੈ ਪੋਲੀਟਿਕਸ ਵਿੱਚ, ਇਹਦਾ ਯੂਜ਼ ਜਿਹੜਾ ਕਾਫੀ, ਕਿਉਂਕਿ ਇਹ ਚੀਜ਼ ਜਿਹੜੀ ਹੈ ਇਹ ਇਟਸ ਦ ਮੈਟਰ ਆਫ ਫੇਥ ਹੈ, ਵੈਸੇ ਤਾਂ ਪ੍ਰਾਈਵੇਟ ਅਫੇਅਰ ਹੈ, ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ,
ਲੇਕਿਨ ਪੋਲੀਟੀਕਲ ਪਾਰਟੀਜ਼ ਇਹਨੂੰ ਯੂਜ਼ ਕਰਦੀਆਂ ਕਿਉਂਕਿ ਇਹਦੀ ਜਿਹੜੀ ਰੀਚ ਹੈ ਬਹੁਤ ਦੂਰ ਤੋਂ ਹੀ ਬੰਦੇ ਨੂੰ ਮੈਗਨੇਟ ਵਾਂਗ ਖਿੱਚ ਲੈਂਦਾ। ਮਤਲਬ ਇਹ ਇਮੋਸ਼ਨ ਹੈ, ਮਤਲਬ ਮੈਟਰ ਆਫ ਫੇਥ, ਮੈਟਰ ਆਫ ਇਮੋਸ਼ਨ। ਜਦੋਂ ਤੁਸੀਂ ਇਮੋਸ਼ਨ ਐਕਸਪਲੋਇਟ ਕਰ ਲੈਂਦੇ ਹੋ, ਬੰਦਾ ਇਮੋਸ਼ਨਲ ਹੋ ਜਾਂਦਾ ਤੇ ਫਿਰ ਉਹ ਲੌਜੀਕਲ ਰੀਜ਼ਨੇਬਲ ਰਹਿੰਦਾ ਨਹੀਂ ਹੈ, ਠੀਕ ਹੈ। ਤੇ ਉਹਦੇ ਨਾਲ ਫਿਰ ਜਿਹੜਾ ਹੈ ਉਹਦਾ ਜਿਹੜਾ ਨਿਰਪੱਖ ਵਿਸ਼ਲੇਸ਼ਣ ਕਰਨ ਦੀ ਜਿਹੜੀ ਸਮਰੱਥਾ ਉਹ ਨਹੀਂ ਰਹਿੰਦੀ। ਹਾਂਜੀ, ਪੋਲੀਟਿਕਸ ਵਿੱਚ ਇਸ ਚੀਜ਼ ਦਾ ਵੈਸੇ ਮਤਲਬ ਧਰਮ ਕੋਈ ਮਾੜੀ ਗੱਲ ਨਹੀਂ ਹੈ। ਧਰਮ ਇਟ ਇਨਕ੍ਰੀਏਟ ਗੁੱਡ ਵੈਲਿਊਜ਼। ਮਤਲਬ ਜਿੱਦਾਂ ਗਾਂਧੀ ਜੀ ਸੀ ਵੀ ਸੱਚ ਹਿੰਸਾ ਦੀ ਗੱਲ ਹੈ, ਕਾਈਂਡਨੈਸ ਦੀ ਗੱਲ ਹੈ, ਸੰਪਥੀ ਦੀ, ਕਿਸੇ ਨਾਲ ਜੈਲਸੀ ਨਹੀਂ ਕਰਨੀ, ਸੈਕਰੀਫਾਈਸ ਦੀ ਗੱਲ ਹੈ। ਧਰਮ ਬਹੁਤ ਅੱਛੀਆਂ ਵੈਲਿਊਜ਼ ਜਿਹੜਾ ਹੈ, ਪਰ ਧਰਮ ਦਾ ਜਿਹੜਾ ਮਿਸਯੂਜ਼ ਜ਼ਿਆਦਾ ਹੋ ਰਿਹਾ। ਮਤਲਬ ਉਹਦੇ ਜਿਹੜਾ ਨਾ ਐਜ਼ ਏ ਇੰਡਸਟਰੀ ਮੈਂ ਤਾਂ ਸਮਝਦਾ ਇਹ ਇੱਕ ਐਜ਼ ਏ ਇੰਡਸਟਰੀ ਜੀ ਬਣ ਗਿਆ ਹੈ ਕਿ ਇਹਦਾ ਯੂਜ਼ ਨਾਲੋਂ ਮਿਸਯੂਜ਼ ਜ਼ਿਆਦਾ ਹੋ ਰਿਹਾ ਅਤੇ ਲੋਕ ਜਿਹੜੇ ਆ ਉਹ ਇਹਦੇ ਵਿੱਚ ਫਸ ਜਾਂਦੇ ਆ। ਔਰ ਵੈਸੇ ਤਾਂ ਪਿੱਛੇ ਹੀ ਇੱਕ ਰਿਪੋਰਟ ਆ ਰਹੀ ਸੀ ਕਿ 35% ਜਿਹੜੇ ਕੈਨੇਡਾ ਵਿੱਚ, 37 ਇੰਗਲੈਂਡ ਵਿੱਚ ਲੋਕ ਕ੍ਰਿਸਚੈਨਿਟੀ ਛੱਡ ਰਹੇ ਨੇ। ਇੱਕ ਰਿਪੋਰਟ ਆਈ ਸੀ ਕਿ ਮਤਲਬ ਉਹ ਰਿਲੀਜਨ ਨੂੰ ਨੋ ਕਹਿ ਰਹੇ ਨੇ। ਅਤੇ ਕਿਉਂਕਿ ਉਹਨਾਂ ਵਿੱਚ ਜ਼ਿਆਦਾ ਜਿਹੜੀ ਮੈਜੋਰਿਟੀ ਆ ਦੇ ਯੰਗ ਪੀਪਲ। ਮਤਲਬ ਉਹ ਤੁਸੀਂ ਇਹ ਦੇਖੋ ਕਿ ਇਹ ਜੇ ਆਪਾਂ ਭਾਰਤ ਦੇ ਸੰਦਰਭ 'ਚ ਦੇਖੀਏ, ਜਿੱਥੇ ਕਿ ਰਿਲੀਜਨ ਜਿਹੜਾ ਹੈ ਜਨਮ ਤੋਂ ਅੰਤ ਤੋਂ ਆਦਿ ਕਾਲ ਤੋਂ ਹੀ ਹੈ, ਇੱਥੇ ਜਿਹੜਾ ਸਨਾਤਨ ਦੀ ਗੱਲ ਹੁੰਦੀ ਹੈ। ਅਤੇ ਗਾਂਧੀ ਜੀ ਵੀ ਕਹਿੰਦੇ ਸੀ ਵੀ ਮੈਨੂੰ ਹਿੰਦੂ ਧਰਮ ਇਸ ਕਰਕੇ ਅੱਛਾ ਲੱਗਦਾ ਵੀ ਇਹਦੇ ਵਿੱਚ ਸਾਰੀਆਂ ਧਰਮਾਂ ਦੀਆਂ ਅੱਛੀਆਂ ਕੁਆਲਿਟੀਜ਼ ਹੈਗੀਆਂ, ਨੋ ਡਾਊਟ। ਤੋ ਚੀਜ਼ ਤਾਂ ਬਹੁਤ ਅੱਛੀ ਹੈ, ਲੇਕਿਨ ਜੇ ਆਪਾਂ ਥੋੜ੍ਹਾ ਜਿਹਾ ਸੋਚੀਏ ਵੀ ਆਉਣ ਵਾਲੇ ਟਾਈਮ ਵਿੱਚ ਇੱਕ ਸਮਾਜ ਜਿਹਦੇ ਵਿੱਚ ਰਿਲੀਜਨ ਹੋਏਗਾ ਹੀ ਨਹੀਂ, ਇੱਕ ਰਿਲੀਜਨ ਤੋਂ ਬਿਨਾਂ ਸਮਾਜ ਕਿਹੋ ਜਿਹਾ ਸਮਾਜ ਹੋਏਗਾ? ਮਤਲਬ ਵੈਲਿਊ ਕਿੱਥੋਂ ਆਉਣਗੀਆਂ ਜੀ ਨਾ। ਔਰ ਸਾਡੀ ਸਟਰੈਂਥ ਤਾਂ ਸਾਡੀ ਇੰਡੀਆ ਦੇ ਵਿੱਚ ਤਾਂ ਵੈਲਿਊਜ਼ ਹੀ ਹੈ। ਬਾਕੀ ਜਿਹੜਾ ਅਮਰੀਕਾ ਤੁਸੀਂ ਦੇਖ ਲਓ ਤਾਂ ਬਾਕੀ ਉੱਥੇ ਤਾਂ ਠੀਕ ਹੈ, ਲੇਕਿਨ ਉਹ ਕੋਈ ਫੈਮਿਲੀ ਵੈਲਿਊਜ਼ ਨਹੀਂ ਉੱਥੇ ਹੈ, ਮਤਲਬ ਜਿਹੜੀਆਂ ਸਾਡੇ ਸਮਾਜ ਨੂੰ ਮਜ਼ਬੂਤ ਕਰਦੀਆਂ, ਸਾਡੇ ਰਾਜ ਨੂੰ ਮਜ਼ਬੂਤ ਕਰਦੀਆਂ। ਉਹ ਮਟੀਰੀਅਲਿਜ਼ਮ ਦਾ ਜ਼ਿਆਦਾ ਪ੍ਰਕੋਪ ਮੈਨੂੰ ਲੱਗਦਾ, ਉਹਦੇ ਕਰਕੇ ਹੀ ਸਾਰਾ ਕੁਛ ਇਹ ਜਿਹੜਾ ਧਰਮ ਦਾ ਜਿਹੜਾ ਇਨਫਲੂਐਂਸ ਹੈ ਉਹ ਘਟਦਾ ਜਾ ਰਿਹਾ। ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਵੱਡੀਆਂ ਵੱਡੀਆਂ ਸੜਕਾਂ ਬਣ ਰਹੀਆਂ ਨੇ, ਪਰ ਉਹ ਸੜਕਾਂ 'ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਪਈ ਹੈ। ਹਾਈ ਸਪੀਡ ਟ੍ਰੇਨਸ ਚੱਲਦੀਆਂ ਪਈਆਂ ਨੇ, ਪਰ ਰੇਲਵੇ ਸਟੇਸ਼ਨ ਦੇ ਉੱਤੇ ਭਿਖਾਰੀਆਂ ਦੀ ਗਿਣਤੀ ਵੀ ਵੱਧਦੀ ਪਈ ਹੈ। ਸੋ ਬੇਰੁਜ਼ਗਾਰੀ ਸਾਡਾ ਮੁੱਦਾ ਹੈ, ਭੁੱਖਮਰੀ ਸਾਡਾ ਮੁੱਦਾ ਹੈ, ਸਾਡਾ ਮੁੱਦਾ ਮਹਿੰਗਾਈ ਹੈ। ਇਹਦੇ ਉੱਤੇ ਕੰਮ ਕਦੋਂ ਕਰਨਾ ਹੈ ਅਸੀਂ? ਇਹ ਅਕਸਰ ਸਵਾਲ ਉੱਠਦਾ ਹੈ, ਇਸ ਮੁੱਦੇ ਦੇ ਉੱਤੇ ਕੰਮ ਕਦੋਂ ਕਰਨਾ ਹੈ? ਕਿਉਂਕਿ ਜੋ ਤਰੱਕੀ ਹੋ ਰਹੀ ਹੈ ਉਹ ਲੱਗਦਾ ਕਿ ਜੋ ਉੱਤੋਂ ਦੇ ਸਮਰਥ ਲੋਕ ਨੇ, ਜੋ ਅਮੀਰ ਲੋਕ ਨੇ, ਉਹਨਾਂ ਦੀ ਤਰੱਕੀ ਨੂੰ ਹੀ ਭਾਰਤ ਦੀ ਤਰੱਕੀ ਮੰਨਿਆ ਜਾਂਦਾ ਹੈ। ਪਰ ਜਿਹੜੇ ਆਮ ਜਨਤਾ ਲੋਕ ਸੰਘਰਸ਼ ਕਰਦੇ ਨੇ, ਉਹਨਾਂ ਦੀ ਤਰੱਕੀ ਕਦੋਂ ਹੋਣੀ ਹੈ, ਜੋ ਅਸਲ ਵਿੱਚ ਸਹੀ ਮਾਇਨੇ ਦੇ ਵਿੱਚ ਕਿਸੇ ਵੀ ਦੇਸ਼ ਦੀ ਤਰੱਕੀ ਹੁੰਦੀ ਹੈ। ਯਾਨੀ ਕਿ ਕੁਝ ਧਨਾਢ ਲੋਕਾਂ ਦੀ ਤਰੱਕੀ ਨੂੰ ਭਾਰਤ ਦੀ ਤਰੱਕੀ ਮੰਨੀਏ, ਜਾਂ ਲੋਕਾਂ ਦੀ ਤਰੱਕੀ ਨੂੰ ਹੀ ਅਸੀਂ ਭਾਰਤ ਦੀ ਤਰੱਕੀ ਮੰਨੀਏ। ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ, ਇਹ ਸਭ ਮੁੱਦੇ ਕਦੋਂ ਹੱਲ ਹੋਣਗੇ? ਇਹ ਲੋਕ ਸੜਕਾਂ 'ਤੇ ਆ ਗਏ ਨੇ, ਇਹਦਾ ਕੀ ਕਰੀਏ ਅਸੀਂ ਡਾਕਟਰ ਸਾਹਿਬ? ਇਹ ਇੱਕ ਤਾਂ ਜਿਹੜੀ ਤੁਸੀਂ ਪਹਿਲੇ ਮੈਨੂੰ ਗੱਲ ਕਹੀ ਸੀ ਧਰਮ, ਕਿ ਜਦੋਂ ਅਸੀਂ ਧਰਮ ਦੀ ਰਾਜਨੀਤੀ ਜਾਂ ਇਹੋ ਜਿਹੇ ਮੁੱਦਿਆਂ 'ਤੇ ਪੈ ਜਾਂਦੇ ਹਾਂ ਅਤੇ ਫਿਰ ਜਿਹੜੇ ਬੇਸਿਕ ਮੁੱਦੇ ਗਰੀਬੀ, ਅਨਪੜ੍ਹਤਾ, ਅਧਿਕਾਰੀ, ਭੁੱਖਮਰੀ, ਸਿਹਤ ਸਹੂਲਤਾਂ, ਇਹ ਫਿਰ ਸਾਈਡ ਟਰੈਕ ਹੋ ਜਾਂਦੀਆਂ ਜੀ। ਇਹ ਬੜਾ ਮਹੱਤਵਪੂਰਨ ਹੈ। ਬੇਸਿਕ ਮੁੱਦੇ ਤਾਂ ਇਹੀ ਹੈ, ਜੇ ਅਗਰ ਕਿਸੇ ਵੀ ਸਮਾਜ ਦੇ, ਕਿਸੇ ਵੀ ਰਾਜ ਦੇ ਬੇਸਿਕ ਮੁੱਦੇ ਤਾਂ ਇਹੀ ਹੈ। ਅਤੇ ਇਹ ਮੁੱਦੇ ਵੱਲ ਕਿਉਂਕਿ ਸਰਕਾਰਾਂ ਕਈ ਵਾਰੀ ਧਿਆਨ ਨਹੀਂ ਦਿੰਦੀਆਂ, ਔਰ ਖਾਸ ਕਰਕੇ ਇਹਦੇ 'ਚ ਇਹ ਨਹੀਂ ਕਿ ਲੋਕਾਂ ਵਿੱਚ ਚੇਤਨਤਾ ਦਾ ਵਿਕਾਸ ਨਹੀਂ ਹੈ। ਲੋਕ ਸਿਆਣੇ ਨੇ, ਸਮਝਦਾਰ ਨੇ, ਔਰ ਪਹਿਲੇ ਨਾਲੋਂ ਬਹੁਤ ਜ਼ਿਆਦਾ ਮਹਿੰਗਾਈ ਹੈ। ਅਗਰ ਕੋਈ ਵੀ ਤੁਸੀਂ ਚੀਜ਼ ਦੇਖੋ, ਕਟਿੰਗ ਅਕ੍ਰਾਸ ਪਾਰਟੀ, ਰਿਲੀਜਨ, ਕਾਸਟ, ਮਹਿੰਗਾਈ ਜਿਹੜੀ ਹਿੱਟ ਕਰਦੀ ਹੈ। ਜੋਬ ਓਪਰਚੁਨਿਟੀ ਜਿਹੜੀਆਂ ਉਹ ਘਟਦੀਆਂ ਜਾ ਰਹੀਆਂ, ਖਾਸ ਕਰਕੇ ਸਰਕਾਰੀ ਜੋਬ 'ਤੇ ਬਹੁਤ ਘਟਦੀ ਜਾ ਰਹੀ ਹੈ। ਲੇਕਿਨ ਉਹ ਜੋ ਤੁਸੀਂ ਕਹਿ ਰਹੇ ਹੋ ਬੜਾ ਦਰੁਸਤ ਹੈ। ਮੈਂ ਵੀ ਜਦੋਂ ਇੱਕ ਵਿਦਿਆਰਥੀ ਸੀ BA ਦੇ ਵਿੱਚ, ਅਤੇ ਸਾਨੂੰ ਸਵਾਲ ਆਉਂਦਾ ਸੀ ਵੀ ਇੰਡੀਆ ਇਜ਼ ਰਿਚ ਇਨਹੈਬਿਟਡ ਬਾਈ ਪੂਅਰ, ਤੇ ਭਾਰਤ ਅਮੀਰ ਦੇਸ਼ ਹੈ ਲੇਕਿਨ ਇੱਥੇ ਗਰੀਬ ਰਹਿੰਦੇ ਨੇ ਜੀ। ਅਤੇ ਉਹਦਾ ਜਵਾਬ ਵੀ ਇਹੀ ਹੁੰਦਾ ਸੀ ਵੀ ਜੇ ਆਪਾਂ GDP ਵਗੈਰਾ ਦਾ ਕ੍ਰਾਈਟੀਰੀਆ ਦੇਖਾਂਗੇ ਨਾ, ਅਤੇ ਦੇਸ਼ ਵਿੱਚ
ਜਿਹਦੇ ਕੋਲ ਪੈਸਾ ਹੈਗਾ ਉਹਦੇ ਕੋਲ ਬਹੁਤ ਜ਼ਿਆਦਾ ਹੈ, ਉਹਦੇ ਸਾਧਨ ਕਈ ਟਾਈਮ ਜਿਹੜੇ ਹੈ ਕਈ ਗੁਣਾ ਵੱਧ ਰਹੇ ਨੇ, ਤੇ ਜਿਹਦੇ ਕੋਲ ਨਹੀਂ ਹੈਗਾ ਉਹਦੇ ਕੋਲ ਕੁਝ ਵੀ ਨਹੀਂ ਹੈਗਾ। ਤੋ ਇਹ ਚੀਜ਼ ਅਸਲੀ ਉਹੀ ਜਿਹੜਾ ਇੰਡੀਆ ਔਰ ਭਾਰਤ ਵਾਲਾ ਜਿਹੜੀ ਗੱਲ ਹੈ ਨਾ ਜੀ, ਇਹ ਅਸਲੀ ਤੇ ਭਾਰਤ ਹੈ ਜਿਹੜਾ ਉਹਦੇ ਵੈਲਿਊਜ਼ ਹੈ ਜਾਂ ਦੂਜਾ। ਬਾਕੀ ਮੈਟਰੋ ਵਿੱਚ ਤੁਸੀਂ ਜੋ ਡਿਵੈਲਪਮੈਂਟ ਜਾਂ ਸਕਾਈ ਸਕ੍ਰੈਪਰ ਦੇਖ ਕੇ ਤੇ ਤਰੱਕੀ ਹੋ ਗਈ, ਉਹ ਕੋਈ ਤਰੱਕੀ ਮੈਂ ਤਾਂ ਨਹੀਂ ਸਮਝਦਾ ਜੀ, ਕਿਉਂਕਿ ਜਿਹੜਾ ਲਾਸਟ ਮੈਨ ਹੈ, ਗਾਂਧੀ ਜੀ ਵੀ ਕਹਿੰਦੇ ਸੀ ਵੀ ਲਾਸਟ ਆਦਮੀ ਜਿਹੜਾ ਭੀੜ ਵਿੱਚ ਹੈਗਾ ਨਾ, ਜਿਹਨੂੰ ਕੋਈ ਅਟੈਂਡ ਨਹੀਂ ਕਰ ਰਿਹਾ, ਜਦੋਂ ਉਹਨੂੰ ਕੋਈ ਪੁੱਛੇਗਾ, ਉਹਦੀ ਲੋੜ ਪੂਰੀ ਹੋਏਗੀ ਤੇ ਤਰੱਕੀ ਦਾ ਜਿਹੜਾ ਲੈਵਲ ਹੈ ਉਦੋਂ ਅਸੀਂ ਅਚੀਵ ਕਰਾਂਗੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਕੁਛ ਤਰੱਕੀ ਹੋ ਰਹੀ ਹੈ, ਪਰ ਗਰੀਬ ਆਦਮੀ ਜਿਹੜਾ ਹੈ ਉਹਦੇ ਵਾਸਤੇ ਬੜੀ ਮੁਸ਼ਕਿਲ ਜਿਹੜੀ ਹੈ ਦੁਸ਼ਵਾਰੀ ਹੈ, ਉਹਦੇ ਵਾਸਤੇ ਬਹੁਤ ਜੀਣਾ ਮੁਸ਼ਕਿਲ ਹੈ। ਤੇ ਇਹ ਮੁੱਦੇ ਨੇ, ਇਹ ਕਈ ਵਾਰ ਤੁਸੀਂ ਇਹ ਵੀ ਦੇਖੋ ਕਿ ਹੁਣ ਪਿੱਛੇ ਇਲੈਕਸ਼ਨ ਹੋਈ ਸੀ ਹਿਮਾਚਲ ਦੇ ਵਿੱਚ, ਤੁਸੀਂ ਦੇਖਿਆ ਹੋਏਗਾ ਤੇ ਉੱਥੇ ਮਤਲਬ ਲੋਕ ਜਿਹੜੇ ਹੈ ਉਹਨਾਂ ਨੇ ਲੋਕਲ ਮੁੱਦਿਆਂ ਨੂੰ ਨੈਸ਼ਨਲ ਮੁੱਦੇ, ਕਿਉਂਕਿ ਲੋਕਲ ਇਲੈਕਸ਼ਨ ਵਿੱਚ ਤੇ ਲੋਕਲ ਮੁੱਦੇ ਹੀ ਜ਼ਿਆਦਾ ਹੁੰਦੇ ਆ ਜੀ, ਪਰ ਥੋੜਾ ਜਿਹਾ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ ਨਾ, ਉਹ ਹੈ ਤੇ ਪਾਰਲੀਮੈਂਟਰੀ, ਲੇਕਿਨ ਉਹ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਸ਼ੀਅਲ ਟਾਈਪ ਇਖਤਿਆਰ ਕਰ ਚੁੱਕਾ ਹੈ ਹਾਂਜੀ, ਕਿ ਮੋਦੀ ਫੈਕਟਰ ਬਹੁਤ ਡੋਮੀਨੈਂਟ ਫੈਕਟਰ ਹੈਗਾ। ਪਰ ਤੁਸੀਂ ਹਿਮਾਚਲ 'ਚ ਦੇਖਿਆ ਹੋਏਗਾ ਕਿ ਉੱਥੋਂ ਦੇ ਲੋਕਾਂ ਨੇ, ਕਿਉਂਕਿ ਜਦੋਂ ਨੈਸ਼ਨਲ ਲੀਡਰ ਆ ਜਾਂਦੇ ਆ ਨਾ, ਫਿਰ ਲੋਕਲ ਮੁੱਦੇ ਜਿਹੜੇ ਦਬ ਜਾਂਦੇ, ਲੇਕਿਨ ਹਿਮਾਚਲ ਦੇ ਲੋਕਾਂ ਨੇ ਦਬਣ ਨਹੀਂ ਦਿੱਤੇ, ਕਿਉਂਕਿ ਚਾਹੇ ਉੱਥੇ ਪੈਨਸ਼ਨ ਦਾ ਮਸਲਾ ਸੀ, ਚਾਹੇ ਉੱਥੇ ਐਪਲ ਲੌਬੀ ਦਾ ਮਸਲਾ ਸੀ ਜੀ, ਉੱਥੇ ਨਾ ਰਾਹੁਲ ਗਾਂਧੀ ਗਿਆ ਤੇ ਨਾ ਹੀ ਮੋਦੀ ਸਾਹਿਬ ਫੈਕਟਰ ਵੀ ਮੈਜਿਕ ਨਹੀਂ ਚੱਲਿਆ, ਕਿਉਂਕਿ ਲੋਕਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਤਕਲੀਫ ਹੈ ਉਹ ਉਹਨਾਂ ਦੇ ਲੋਕਲ ਰੋਟੀ ਰੋਜ਼ੀ ਦਾ ਮਸਲਾ ਜ਼ਿਆਦਾ ਮਹੱਤਵਪੂਰਨ ਹੈ ਔਰ ਇੱਕ ਨਵਾਂ ਜਿਹੜਾ ਹੈ ਲੋਕਾਂ ਨੇ, ਮਤਲਬ ਕਿ ਇਹ ਨਹੀਂ ਕਹਿਣਾ ਕਿ ਆਪਾਂ ਵੀ ਲੋਕਾਂ ਜਿਹੜੇ ਹੈ ਉਹ ਇੱਕ ਤਰ੍ਹਾਂ ਨਾਲ ਮੈਸਮਰਾਈਜ਼ ਹੋ ਜਾਂਦੇ ਆ ਕਿ ਬਈ ਨਹੀਂ ਠੀਕ ਹੈ, ਹੋਰ ਕੋਈ ਆਲਟਰਨੇਟਿਵ ਟੀਨਾ ਫੈਕਟਰ ਤੇ ਹੈ, ਦੇਰ ਇਜ਼ ਨੋ ਆਲਟਰਨੇਟਿਵ, ਇਹ ਫੈਕਟਰ ਤਾਂ ਹੈਗਾ। ਵੋਟਰ ਚਾਹੁੰਦਾ ਹੈ ਕਿ ਭਾਰਤ ਮਜ਼ਬੂਤ ਬਣੇ, ਠੀਕ ਹੈ, ਲੇਕਿਨ ਉਹਦੇ ਨਾਲ ਜਿਹੜਾ ਹੈ ਮੈਂ ਤਾਂ ਸਮਝਦਾ ਕਿ ਜਿੰਨੀ ਪਾਵਰਫੁਲ ਗਵਰਨਮੈਂਟ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਹੈ ਕਿ ਉਹ ਟਰਾਂਸਪੇਰੈਂਸੀ ਵੀ ਮੇਨਟੇਨ ਕਰੇ, ਔਰ ਜਿਹੜਾ ਲਾਸਟ ਲਾਈਨ 'ਚ ਆਦਮੀ ਆ ਉਹਨੂੰ ਪਹਿਲੇ ਦੇਖੇ, ਬਾਕੀ ਚੀਜ਼ਾਂ ਤਾਂ ਚਲੋ ਆਟੋਮੈਟਿਕਲੀ ਹੋ ਹੀ ਜਾਂਦੀਆਂ। ਦੇਖੋ ਡਾਕਟਰ ਸਾਹਿਬ, ਭਾਰਤ ਵਿਸ਼ਵ ਗੁਰੂ ਬਣੇ, ਇਹ ਵੀ ਗੱਲ ਹੁੰਦੀ ਪਈ ਹੈ, 5 ਟ੍ਰਿਲੀਅਨ ਇਕੋਨਮੀ ਸਾਡੀ ਬਣੇ, ਇਹ ਵੀ ਗੱਲ ਹੁੰਦੀ ਪਈ ਹੈ, ਨਾਲ ਇਹ ਵੀ ਗੱਲ ਹੁੰਦੀ ਪਈ ਹੈ ਕਿ ਸੰਨ 2030 ਤੱਕ, ਕਦੀ ਕਹਿੰਦੇ ਨੇ ਸੰਨ 2047 ਤੱਕ ਹਿਊਮਨ ਰਾਈਟਸ ਦੀ ਗੱਲ ਵੀ ਹੁੰਦੀ ਪਈ ਹੈ। ਹੁਣ 5 ਟ੍ਰਿਲੀਅਨ ਇਕੋਨਮੀ ਵਾਲੀ ਕੋਈ ਗੱਲ ਦਿਖਾਈ ਨਹੀਂ ਦੇ ਰਹੀ। ਵਿਸ਼ਵ ਗੁਰੂ ਦਾ ਸੁਪਨਾ ਉਹ ਹਜੇ ਇੱਕ ਵੇਗ ਆਈਡੀਆ ਹੈ, ਉਹ ਕਿਹਨੂੰ ਕਵਾਂਗੇ ਅਸੀਂ ਵਿਸ਼ਵ ਗੁਰੂ, ਉਹਦਾ ਬੇਸਿਸ ਕੀ ਹੈ? ਔਰ ਹਿਊਮਨ ਰਾਈਟਸ ਦੀ ਗੱਲ ਹੁੰਦੀ ਪਈ ਹੈ। ਅੱਜ ਹਿਊਮਨ ਰਾਈਟਸ, ਮਨੁੱਖੀ ਅਧਿਕਾਰ ਭਾਰਤ ਦੇ ਵਿੱਚ ਕਿੱਥੇ ਖੜੇ ਨੇ ਅਸੀਂ ਸਾਰੇ ਦੇਖਦੇ ਪਏ ਹਾਂ। ਇਹ ਕਿਸ ਤਰ੍ਹਾਂ ਦਾ ਸਮਾਜ ਬਣਦਾ ਪਿਆ, ਇਹ ਕਿਸ ਤਰ੍ਹਾਂ ਦਾ ਸਮਾਜ ਹੈ, ਤੇ ਇਹਦੇ ਵਿੱਚੋਂ ਕਿਹੜਾ ਭਵਿੱਖ ਨਿਕਲ ਕੇ ਸਾਹਮਣੇ ਆਏਗਾ ਜਿਹੜੀ ਨੈਕਸਟ ਜਨਰੇਸ਼ਨ ਉਡੀਕਦੀ ਪਈ ਹੈ? ਦੇਖੋ ਸਰ, ਇਸ ਤਰ੍ਹਾਂ ਹੈ, ਮੈਂ ਤੇ ਇਸ ਚੀਜ਼ ਨੂੰ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਮਝਦਾ ਹਾਂ ਕਿ ਕਿਸੇ ਵੀ ਸਮਾਜ ਦੀ ਤਰੱਕੀ ਵਾਸਤੇ ਉੱਥੇ ਸਮਾਜਿਕ ਇੱਕ ਸੁਰਤਾ ਜਿਹੜੀ ਹੈ, ਸੋਸ਼ਲ ਹੋਮੋਜੈਨਿਟੀ, ਉਹ ਬਹੁਤ ਜ਼ਰੂਰੀ ਹੈ ਜੀ। ਸਮਾਜ ਦੇ ਵਿੱਚ ਲੋਕਾਂ ਦਾ ਆਪਸ ਵਿੱਚ ਜਿਹੜਾ ਮੇਲ ਮਿਲਾਪ, ਪਿਆਰ, ਔਰ ਉਹ ਜੋ ਵੀ ਹੈ, ਗਲਤ ਐਲੀਮੈਂਟ ਹਰ ਕਮਿਊਨਿਟੀ 'ਚ ਹੁੰਦੇ ਆ, ਉਹਨਾਂ ਨੂੰ ਤਾਂ ਚਲੋ ਚੈੱਕ ਕਰਨਾ ਹੀ ਪੈਂਦਾ, ਐਸੀ ਕੋਈ ਗੱਲ ਨਹੀਂ ਹੈ। ਪਰ ਕਿਉਂਕਿ ਅੱਜ ਕੱਲ੍ਹ ਹੈਗਾ ਜਿਹੜਾ ਹਾਈਟੈਕ ਯੁੱਗ, ਕੋਈ ਵੀ ਇੱਕ ਛੋਟੀ ਜਿਹੀ ਵੀ ਨੈਗੇਟਿਵਿਟੀ ਜਿਹੜੀ ਹੈ ਨਾ ਪੂਰੀ ਦੁਨੀਆ ਦੇ ਵਿੱਚ ਕਿਸੇ ਦੇਸ਼ ਬਾਰੇ ਵੀ ਉਹ 1 ਮਿੰਟ 'ਚ ਜਾਂਦੀ ਹੈ। ਤੋ ਜਿੱਥੇ ਚੀਜ਼ਾਂ ਡਿਸਟਰਬਡ ਹੈ ਜਾਂ ਵਾਇਲੈਂਸ ਹੈ, ਤੁਸੀਂ ਦੇਖ ਹੀ ਲਓ, ਪਾਕਿਸਤਾਨ ਦੇਖ ਲਓ, ਉੱਥੇ ਇਹੋ ਜਿਹੇ ਮਾਹੌਲ ਵਿੱਚ ਕੌਣ ਆਏਗਾ? ਕੋਈ ਇਨਵੈਸਟਰ ਆਏਗਾ? ਕੌਣ ਆਏਗਾ? ਕੋਈ ਨਹੀਂ ਆਏਗਾ। ਤੇ ਭਾਰਤ ਇੱਕ ਇਹੋ ਜਿਹਾ ਦੇਸ਼ ਹੈ, ਕਿਉਂਕਿ ਸਾਡੀ ਜਿਹੜੀ ਸੱਭਿਅਤਾ ਹੈ ਇਹਦੇ ਵਿੱਚ ਅਸੀਂ ਨਾ ਤੇ ਭਾਰਤ ਵਿਸ਼ਵ ਦਾ ਇੱਕੋ ਇੱਕ ਦੇਸ਼ ਹੈ ਜਿਹਨੇ ਕਦੀ ਕਿਸੇ ਤੇ ਹਮਲਾ ਨਹੀਂ ਕੀਤਾ, ਔਰ ਜਿਹੜੇ ਕੋਈ ਰਿਫਿਊਜੀ ਹੈ, ਭਾਵੇਂ ਉਹ ਜਿਹੜੇ ਟਾਟਾ ਸੀ, ਕੋਈ ਵੀ ਹੈ, ਉਹਨਾਂ ਨੇ ਸ਼ਰਨ ਨਹੀਂ ਦਿੱਤੀ ਵੀ ਆਓ ਬਈ ਸਾਡਾ ਘਰ ਖੁੱਲ੍ਹਾ ਹੈ, ਤੁਸੀਂ ਆਓ ਤੇ ਤੁਹਾਨੂੰ ਵੈਲਕਮ ਹੈ, ਭਾਵੇਂ ਉਹ ਦਲਾਈ ਲਾਮਾ ਹੋਵੇ ਜਾਂ ਕੋਈ ਹੋਰ ਹੋਵੇ ਜੀ, ਠੀਕ ਹੈ। ਭਾਰਤ ਬੜੀ ਤੇਜ਼ੀ ਨਾਲ ਬਦਲ ਰਿਹਾ, ਇਹਦੇ ਵਿੱਚ ਕੋਈ ਗੱਲ ਨਹੀਂ। ਵਿਸ਼ਵ ਗੁਰੂ ਦੀ ਵੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਜੋ ਸਾਡੇ ਕੋਲ ਹੈਗਾ ਉਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ ਕਿ ਸਾਡੇ ਕੋਲ ਯੋਗਾ ਹੈ, ਸਾਡੇ ਕੋਲ ਆਯੁਰਵੈਦਿਕ ਹੈ,
ਸਾਡੇ ਕੋਲ IT ਦਾ ਮਤਲਬ ਮਾਡਰਨ ਵੀ ਹੈ ਔਰ ਟ੍ਰੈਡੀਸ਼ਨਲ ਦੋਨੋਂ ਚੀਜ਼ਾਂ ਹੈਗੀਆਂ। ਪਰ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਮੈਂ ਸਮਝਦਾ ਹੈ ਇਸ ਵੇਲੇ ਉਹ ਇਹ ਹੈ ਕਿ ਸਾਡੇ ਭਾਰਤ ਵਿੱਚ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਦੇ ਵਿੱਚ ਜਿਹੜਾ ਕਿਉਂਕਿ ਜਿਹੜਾ ਅਸੀਂ ਰੱਖੀਏ ਡੈਮੋਕ੍ਰੇਸੀ ਉਹਦੇ ਵਿੱਚ ਚੈਕਸ ਐਂਡ ਬੈਲੈਂਸਿਸ ਹੁੰਦਾ ਹੈ। ਅਤੇ ਤੁਸੀਂ ਵੀ ਨਿਊਜ਼ਪੇਪਰ ਤੋਂ ਥੋੜ੍ਹਾ ਆਈਡੀਆ ਲਾ ਲੈਂਦੇ ਹੋਊਗੇ ਕਿ ਥੋੜ੍ਹਾ ਜਿਹਾ ਐਗਜ਼ੈਕਟਿਵ ਔਰ ਜੁਡੀਸ਼ਰੀ ਵਿੱਚ ਟਕਰਾਅ ਦੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ। ਜਦ ਕਿ ਕੌਨਸਟੀਟਿਊਸ਼ਨ ਇਜ਼ ਸੁਪਰੀਮ, ਗਵਰਨਮੈਂਟ ਨਹੀਂ ਸੁਪਰੀਮ, ਕੌਨਸਟੀਟਿਊਸ਼ਨ ਇਜ਼ ਸੁਪਰੀਮ। ਅਤੇ ਕੌਨਸਟੀਟਿਊਸ਼ਨ ਕੀ ਹੈ? ਜੋ ਜੱਜ ਕਹੇਗਾ, ਠੀਕ ਹੈ ਨਾ। ਅਤੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਗਵਰਨਮੈਂਟ ਜਿਹੜੀ ਆ ਉਹ ਕੋਈ ਬੰਦੇ ਨੂੰ ਅਰੈਸਟ ਕਰਦੀ ਹੈ ਅਤੇ ਫਿਰ ਕੋਰਟ ਜਿਹੜਾ ਉਹਨੂੰ ਫਰੀ ਕਰ ਦਿੰਦੀ ਹੈ ਵੀ ਕੋਈ ਕ੍ਰੈਡੀਬਲ ਕਾਰਨ ਤਾਂ ਸੀ ਨਹੀਂ, ਇਹ ਤਾਂ ਐਵੀਡੈਂਸ ਤਾਂ ਹੈ ਹੀ ਨਹੀਂ ਹੈ। ਮਤਲਬ ਇਹਦੇ ਨਾਲ ਥੋੜ੍ਹਾ ਹਿਊਮਨ ਰਾਈਟਸ ਦਾ ਭਾਰਤ ਦਾ ਜਿਹੜਾ ਰਿਕਾਰਡ ਹੈ ਦੁਨੀਆ ਦੇ ਵਿੱਚ ਵੀ ਜਿਹੜਾ ਅਸੀਂ ਕਿਸੇ ਆਦਮੀ ਨੂੰ ਐਜ਼ ਏ ਪ੍ਰੀਵੈਂਟਿਵ ਕਸਟਡੀ 'ਚ ਲੈਂਦੇ ਹਾਂ ਅਤੇ ਕੋਰਟ ਕਹਿੰਦੀ ਕਿ ਕੋਈ ਐਵੀਡੈਂਸ ਤਾਂ ਹੈ ਹੀ ਨਹੀਂ, ਇਹ ਤਾਂ ਵੈਂਡੇਟਾ ਲੱਗਦਾ। ਹਾਂਜੀ ਜੀ। ਇਹ ਜਿਹੜੀਆਂ ਮੈਂ ਸਮਝਦਾ ਕਿ ਭਾਰਤ ਹੋਰ ਜ਼ਿਆਦਾ ਮਜ਼ਬੂਤ ਦੇਸ਼ ਹੋ ਸਕਦਾ, ਉਹਦੀ ਸਾਖ ਹੋਰ ਜ਼ਿਆਦਾ ਜਿਹੜੀ ਹੈ ਉਹ ਮਜ਼ਬੂਤ ਹੋ ਸਕਦੀ ਹੈ ਪ੍ਰੋਵਾਈਡਡ ਕਿ ਜੁਡੀਸ਼ਰੀ ਤਾਂ ਸਾਡੀ ਹੈ ਹੀ ਸਟਰੋਂਗ। ਮੀਡੀਆ ਵੀ ਥੋੜ੍ਹਾ ਜਿਹਾ ਆਪਣਾ ਜ਼ਿੰਮੇਵਾਰੀ ਜਿਹੜੀ ਹੈ ਉਹ ਰਿਸਪੋਂਸੀਬਲ ਹੋ ਕੇ ਕੰਮ ਕਰੇ, ਕਿਉਂਕਿ ਮੀਡੀਆ ਦੇ ਰਾਹੀਂ ਹੀ ਲੋਕਾਂ ਨੂੰ ਐਜੂਕੇਟ ਅਸੀਂ ਕਰਨਾ। ਮੀਡੀਆ ਨੇ ਹੀ ਪੋਜ਼ੀਟਿਵ ਨਿਊਜ਼ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ, ਨੈਗੇਟਿਵ ਵੀ ਹੈ, ਸਰਕਾਰ ਦੀ ਵੀਕਨੈਸ ਹੈ, ਸਰਕਾਰ ਨੂੰ ਵੀ ਵੱਡਾ ਦਿਲ ਰੱਖਣਾ ਚਾਹੀਦਾ। ਹਾਂਜੀ, ਕੋਈ ਆਪੋਜੀਸ਼ਨ ਜੇ ਕਹਿ ਰਿਹਾ ਉਹਦੇ ਵਿੱਚ ਵੀ ਕੁਝ ਸੱਚ ਹੋ ਸਕਦਾ। ਰਾਈਟ। ਹਾਂਜੀ, ਤੋ ਇਸ ਕਰਕੇ ਇਸ ਟਾਈਮ ਵਿੱਚ ਜਿਹੜਾ ਨਾ ਕਿਉਂਕਿ ਮਾੜੀ ਖਬਰ ਜਿਹੜੀ ਹੈ ਉਹ ਇਮੇਜ ਜਿਹੜਾ ਇੱਜ਼ਤ ਬਣਾਉਣਾ ਹੈ ਤਾਂ ਬਹੁਤ ਟਾਈਮ ਲੱਗਦਾ ਅਤੇ ਜਾਣ ਲੱਗਿਆ 1 ਮਿੰਟ ਲੱਗਦੀ। ਰਾਈਟ ਸਰ। ਇਸ ਕਰਕੇ ਮੈਂ ਕਹਿੰਦਾ ਕਿ ਇਹ ਬੜਾ ਮਹੱਤਵਪੂਰਨ ਟਾਈਮ ਹੈ ਜਿਹੜਾ ਸਾਡੇ ਭਾਰਤ ਵਾਸਤੇ ਹੈ ਅੱਗੇ ਵਧਣ ਦਾ ਵੀ, ਔਰ ਅੱਗੇ ਵਧਣ ਦੇ ਨਾਲ ਨਾਲ ਜ਼ਿੰਮੇਵਾਰੀ ਔਰ ਦੁਨੀਆ ਨੂੰ ਦੱਸਣਾ ਕਿ ਦੇਖੋ ਬਈ ਸਭ ਚੀਜ਼ਾਂ ਟਰਾਂਸਪੇਰੈਂਟ ਨੇ, ਕਲੀਅਰ ਨੇ ਔਰ ਲੋਕਾਂ ਨੂੰ ਨਾਲ ਲੈ ਕੇ ਹੀ ਅਸੀਂ ਤਰੱਕੀ ਕਰ ਸਕਦੇ ਹਾਂ। ਚੁਣੌਤੀਆਂ ਬਹੁਤ ਜ਼ਬਰਦਸਤ ਨੇ ਸਾਡੇ ਸਾਹਮਣੇ। ਸੋ ਇੱਕ ਲਾਸਟ ਕੁਐਸਚਨ, ਹਮੇਸ਼ਾ ਇਹ ਚਰਚਾ ਦਾ ਵਿਸ਼ਾ ਰਹਿੰਦਾ ਹੈ, ਸੋਸ਼ਲ ਮੀਡੀਆ 'ਤੇ ਤਾਂ ਇਹ ਗੱਲ ਛਾਈ ਰਹਿੰਦੀ ਹੈ ਕਿ ਜਦੋਂ ਤੱਕ ਵੋਟਿੰਗ ਜੋ EVM ਮਸ਼ੀਨਸ ਨੇ, ਜਦੋਂ ਤੱਕ ਵੋਟਿੰਗ EVM ਮਸ਼ੀਨਸ ਨਾਲ ਹੁੰਦੀ ਰਹੇਗੀ ਉਦੋਂ ਤੱਕ BJP ਹੀ ਸੱਤਾ 'ਚ ਬਣੀ ਰਹੇਗੀ, ਕਿਉਂਕਿ ਅਸੀਂ ਕਿਤੇ ਵੀ ਵੋਟ ਪਾਈਏ, ਕਿਸੇ ਵੀ ਪਾਰਟੀ ਨੂੰ ਵੋਟ ਪਾਈਏ, ਉਹ ਮੈਨੀਪੂਲੇਸ਼ਨ ਹੋ ਜਾਂਦੀ ਹੈ, ਉਹ EVM ਮਸ਼ੀਨ ਹਾਈਜੈਕ ਹੋ ਜਾਂਦੀ ਹੈ, ਉਹ ਵੋਟ BJP ਦੇ ਖਾਤੇ 'ਚ ਹੀ ਜਾਂਦੀ ਹੈ। ਇਸ ਕਰਕੇ EVM ਮਸ਼ੀਨਸ ਦੇ ਨਾਲ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ, ਵੋਟਾਂ ਪੈਣੀਆਂ ਚਾਹੀਦੀਆਂ ਨੇ ਬੈਲਟ ਬਾਕਸ ਹੋਣ, ਬੈਲਟ ਪੇਪਰਸ ਹੋਣ, ਜਿੱਦਾਂ ਸ਼ੁਰੂ ਤੋਂ ਪੈਂਦੀਆਂ ਰਹੀਆਂ ਨੇ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਇਹ ਵੈਸੇ ਹੀ ਰਿਊਮਰ ਹੈ, ਪ੍ਰੋਪੇਗੰਡਾ ਹੈ ਓਪੋਜੀਸ਼ਨ ਦਾ? ਨਹੀਂ, ਮੇਰੇ ਹਿਸਾਬ ਨਾਲ ਇਹ EVM ਓਕੇ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਇਹ ਕਈ ਵਾਰ ਜਦੋਂ ਆਪੋਜੀਸ਼ਨ ਪਾਰਟੀ ਇਹ ਕੌਣ ਰੇਜ਼ ਕਰਦਾ ਹੈ, ਜਾਂ ਤਾਂ ਜਿਹੜਾ ਹਾਰਿਆ ਹੋਇਆ ਹੁੰਦਾ ਅਤੇ ਜਾਂ ਜਿਹੜਾ ਹਾਰਨ ਵਾਲਾ ਹੁੰਦਾ ਜੀ। ਬਾਕੀ ਕਈ ਵਾਰ EVM ਵਿੱਚ ਆਪੋਜੀਸ਼ਨ ਵੀ ਜਿੱਤਦੀ, ਉਹੋ ਜਿਹੀ ਕੋਈ ਗੱਲ ਨਹੀਂ ਹੈ। ਜੇ ਕੋਈ ਉਹਨਾਂ ਦੇ ਸ਼ੱਕ ਸ਼ੁਬੇ ਹੈ ਉਹ ਤੇ ਦੂਰ ਹੋਣੇ ਚਾਹੀਦੇ, ਕਿਉਂਕਿ ਮੈਂ ਖੁਦ 8-10 ਵਾਰੀ ਐਜ਼ ਏ ਪ੍ਰੈਜ਼ਾਈਡਿੰਗ ਅਫਸਰ ਕੰਮ ਕੀਤਾ ਹੈ, EVM ਮਸ਼ੀਨਾਂ ਵੋਟਾਂ ਪਵਾਈਆਂ। ਹਾਂਜੀ, ਅਤੇ ਇਹ ਟੈਕਨੋਲੋਜੀ ਤਾਂ ਅਸੀਂ ਬਾਹਰਲੇ ਦੇਸ਼ਾਂ ਨੇ ਵੀ ਸਾਡੇ ਕੋਲ ਇਹ ਲਈ ਹੈ, ਅਤੇ ਜੇ ਕੋਈ ਹੋਰ ਇਹਦੇ 'ਚ ਹੈ ਤਾਂ ਉਹਦਾ ਹੋਰ ਕੋਈ ਇਹਦਾ ਸੇਫਟੀ ਮੈਕੈਨਿਜ਼ਮ ਸਟਰੈਂਥਨ ਕੀਤਾ ਜਾ ਸਕਦਾ ਹੈ। ਆਪੋਜੀਸ਼ਨ ਦੇ ਜਿਹੜੇ ਚਿੰਤੇ ਹੈ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਲੇਕਿਨ EVM ਮੈਂ ਨਹੀਂ ਸਮਝਦਾ ਕਿ, ਕਿਉਂਕਿ ਇਹ ਬੜਾ ਲੰਬਾ ਚੌੜਾ ਫਿਰ ਪੇਪਰ, ਫਿਰ ਉਹ ਇਹਦੇ ਵਿੱਚ ਤਾਂ ਨੋਟਾ ਵੀ ਹੈ। ਤੁਸੀਂ ਨਹੀਂ ਚਾਹੁੰਦੇ ਕਿਸੇ ਵੀ ਕੈਂਡੀਡੇਟ, ਤੁਸੀਂ ਆਪਣਾ ਗੁੱਸਾ ਪ੍ਰਗਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੁਸੀਂ। ਕੋਈ ਵੋਟ ਜਿਹੜੀ ਕੈਂਸਲ ਨਹੀਂ ਹੁੰਦੀ, ਨਾ ਕੋਈ ਬੂਥ ਕੈਪਚਰਿੰਗ ਦਾ ਕੋਈ ਜ਼ਿਆਦਾ ਚਾਂਸ ਹੁੰਦਾ। ਹਾਂਜੀ, ਤੋ ਇਹ ਤਾਂ ਔਰ 1 ਮਿੰਟ ਵਿੱਚ ਰਿਜ਼ਲਟ ਆ ਜਾਣਾ ਤੁਹਾਡਾ ਸਾਰਾ ਕੁਛ ਜਿਹੜਾ ਹੈ। ਹਾਂ, ਇਹ ਜ਼ਰੂਰ ਹੈ ਕਿ ਇਸ ਮੈਂ ਜੋ ਮਹਿਸੂਸ ਕਰਦਾ ਹਾਂ ਕਿ ਉਹ ਜਿਹੜੀਆਂ ਜਿੱਦਾਂ ਅੱਗੇ ਹੁੰਦਾ ਸੀ ਵੀ ਸਾਰੇ ਵੋਟ ਜਿਹੜੇ ਸੀ ਉਹਨਾਂ ਨੂੰ ਇਕੱਠੇ ਮਿਕਸ ਕਰ ਦਿੱਤਾ ਜਾਂਦਾ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਹੜੇ ਇਲਾਕੇ ਤੋਂ ਕਿਹੜਾ ਬੰਦਾ ਲੀਡ ਕਰ ਰਿਹਾ ਅਤੇ ਕਿਹੜਾ ਕਿੱਥੋਂ ਹਾਰ ਰਿਹਾ। ਇਹਦੇ 'ਚ ਇਹ ਹੈ ਵੀ ਇਹਦੇ 'ਚ ਪਤਾ ਲੱਗ ਜਾਂਦਾ ਵੀ ਫਲਾਣੇ ਬੂਥ ਦੀ ਖੁੱਲ੍ਹ ਰਹੀ ਹੈ, ਉੱਥੋਂ ਮੈਨੂੰ ਲੀਡ ਨਹੀਂ ਮਿਲੀ, ਅਤੇ ਉਹ ਫਿਰ ਬੰਦਾ ਜਿੱਤ ਵੀ ਜਾਏ ਅਤੇ ਫਿਰ ਉਹ ਉਸ ਇਲਾਕੇ ਨੂੰ ਡਿਸਕ੍ਰੀਮੀਨੇਟ ਕਰਦਾ ਕਿ ਮੈਨੂੰ ਤਾਂ ਇੱਥੇ ਵੋਟ ਹੀ ਨਹੀਂ ਪਈ, ਮੈਂ ਇਹਨਾਂ ਲੋਕਾਂ ਦੀ ਵਾਸਤੇ ਕਿਉਂ ਕੇਅਰ ਕਰਾਂ। ਥੋੜ੍ਹਾ ਜਿਹਾ ਇਹੋ ਜਿਹਾ ਕੋਈ ਸਿਸਟਮ ਚਾਹੀਦਾ ਜਿਹਦੇ ਵਿੱਚ ਇਹ ਪਤਾ ਨਾ ਲੱਗੇ ਕਿ ਕਿਹੜੇ ਇਲਾਕੇ ਤੋਂ ਕਿਹੜੇ ਬੰਦੇ ਨੂੰ ਕਿੰਨੀ ਲੀਡ ਮਿਲੀ ਹੈ।
Right. ਤਾਂ ਕਿ ਮਗਰ ਉਹ ਪਾਵਰ ਵਿੱਚ ਪਾਵਰ ਆਉਂਦੀ ਹੈ ਪਾਰਟੀ ਤੇ ਉਹ ਕਿਸੇ ਤਰ੍ਹਾਂ ਨਾਲ ਵੀ ਕਿਸੇ ਇਲਾਕੇ ਨੂੰ ਵਿਕਾਸ ਦੇ ਜਾਂ ਹੋਰ ਜਿਹੜੇ ਤਰੱਕੀ ਦੇ ਜਿਹੜੇ ਕੰਮ ਹੈ ਉਹਨਾਂ ਵਿੱਚ ਉਹਨਾਂ ਨਾਲ ਕੋਈ ਡਿਸਕ੍ਰਿਮੀਨੇਟ ਨਾ ਹੋਵੇ। ਯਾਨੀ ਕਿ ਜੇ ਕੋਈ ਸ਼ੱਕ ਸ਼ੁਬਾ ਹੈ ਤਾਂ ਓਪੋਜੀਸ਼ਨ ਨੂੰ ਤੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਟੈਕਨੀਕਲੀ ਵੀ, ਔਰ ਜਿਹੜਾ ਵੀ ਉਹ ਕਰਨਾ ਚਾਹੁੰਦੇ ਨੇ ਆਪਣੇ ਸ਼ੱਕ ਸ਼ੁਬਾ ਦੂਰ ਕਰਨੇ ਚਾਹੁੰਦੇ ਨੇ ਈਵੀਐਮ ਮਸ਼ੀਨਸ ਨੂੰ ਲੈ ਕੇ, ਉਹ ਦੂਰ ਹੋਣੇ ਚਾਹੀਦੇ ਨੇ, ਕਿਉਂਕਿ ਡੈਮੋਕ੍ਰੇਸੀ ਹੈ, ਸਭ ਨੂੰ ਖੁੱਲ੍ਹ ਕੇ ਬੋਲਣ ਦਾ ਹੱਕ ਹੈ। ਔਰ ਜਦੋਂ ਤੱਕ ਸਾਰਿਆਂ ਦੇ ਸ਼ੱਕ ਸ਼ੁਬਾ ਸਾਰਿਆਂ ਦੇ ਡਾਊਟਸ ਕਲੀਅਰ ਨਾ ਹੋਣ ਉਦੋਂ ਤੱਕ ਗੱਲ ਨਹੀਂ ਬਣਦੀ। ਡਾਊਟਸ ਕਲੀਅਰ ਕਰੋ ਔਰ ਅੱਗੇ ਆ ਕੇ ਕੰਮ ਕਰੋ। ਔਰ ਇੱਕ ਇਹਦੇ ਨਾਲ ਜੁੜਦੀ ਗੱਲ ਹੈ ਡਾਕਟਰ ਸਾਹਿਬ, ਕਹਿੰਦੇ ਨੇ ਕਿ ਜੋ ਸਾਡਾ ਇੰਡੀਅਨ ਸਿਸਟਮ ਫੈਡਰਲ ਸਿਸਟਮ ਹੈ ਔਰ ਇਸ ਵਕਤ ਇਹ ਸਾਰੇ ਦੇ ਸਾਰੇ ਫੈਡਰਲ ਸਿਸਟਮ ਨੂੰ ਬੀਜੇਪੀ ਨੇ ਹਾਈਜੈਕ ਕਰ ਲਿਆ, ਆਪਣੇ ਹਿਸਾਬ ਦੇ ਨਾਲ ਚਲਾ ਰਹੇ ਨੇ। ਔਰ ਜੋ ਸਾਡਾ ਸੰਵਿਧਾਨ ਹੈ ਉਹਨੂੰ ਵੀ ਆਪਣੇ ਮੁਤਾਬਿਕ ਹੀ ਤੋੜ ਮਰੋੜ ਲੈਂਦੇ ਨੇ, ਕੋਈ ਲਾਅ ਕੱਢ ਲੈਂਦੇ ਨੇ, ਕਿਤਨਾ ਕੋਈ ਨਾ ਕੋਈ ਰਸਤਾ ਕੱਢ ਲੈਂਦੇ ਨੇ, ਤੋੜ ਮਰੋੜ ਕੇ ਸੰਵਿਧਾਨ ਨੂੰ ਵੀ ਆਪਣੇ ਹਿਸਾਬ ਨਾਲ ਚਲਾਉਂਦੇ ਨੇ। ਸਾਰੇ ਦਾ ਸਾਰਾ ਸਿਸਟਮ ਹਾਈਜੈਕ ਕਰ ਲਿਆ ਤਾਂ ਕਿ ਹਮੇਸ਼ਾ ਸੱਤਾ 'ਚ ਬਣੇ ਰਹਿਣ, ਹਮੇਸ਼ਾ ਜਿੱਤਦੇ ਰਹਿਣ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਸਰ ਭਾਰਤ ਦੇ ਜਿਹੜੇ ਲੋਕ ਹੈ ਨਾ ਜੀ ਉਹਨਾਂ ਨੂੰ ਕੋਈ ਹਾਈਜੈਕ ਨਹੀਂ ਕਰ ਸਕਦਾ। ਹੋ ਸਕਦਾ ਤੁਸੀਂ ਕੋਈ ਸੰਸਥਾਵਾਂ ਭਾਰਤ ਦੇ ਲੋਕਾਂ ਦੇ ਵਿੱਚ ਜਿਹੜੀ ਪਰਪੱਕਤਾ ਹੈਗੀ ਹੈ ਨਾ, ਜੀ ਜੋ ਵੀ ਮਤਲਬ ਆਪਾਂ ਜਦੋਂ ਤੋਂ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ, ਚਾਹੇ ਬੰਦਾ ਅਨਪੜ੍ਹ ਵੀ ਹੈ ਪਰ ਉਹਦੀ ਜਿਹੜੀ ਕਾਮਨ ਸੈਂਸ ਹੈ ਨਾ, ਉਹ ਭਾਰਤ ਦੀ ਲੋਕਤੰਤਰ ਦੀ ਮਤਲਬ ਉਹ ਕਹਿ ਲਓ ਸਟਰੈਂਥ ਹੈਗੀ ਹੈ ਜੀ। ਤੋ ਇਸ ਕਰਕੇ ਤੁਸੀਂ ਜਿੰਨਾ ਮਰਜ਼ੀ ਮੈਨੀਪੂਲੇਟ ਕਰ ਲਓ ਮੀਡੀਆ ਦਾ, ਜਿੰਨਾ ਵੀ ਪ੍ਰੋਪੇਗੈਂਡਾ, ਇਹ ਇੱਕ ਚੀਜ਼ ਹੈਗੀ ਹੈ, ਠੀਕ ਹੈ, ਹਰ ਪਾਰਟੀ ਕਰਦੀ ਆ, ਇਹ ਹੁੰਦਾ ਹੈ ਜੋ ਵੀ ਹੈ। ਲੇਕਿਨ ਭਾਰਤ ਦੇ ਜਿਹੜੇ ਲੋਕ ਨੇ, ਠੀਕ ਹੈ ਨਾ, ਭਾਰਤ ਹੁਣ ਜਦੋਂ ਸਮੱਸਿਆ ਕੀ ਹੈ ਵੀ ਜਦੋਂ ਸੰਸਥਾਵਾਂ ਵਿੱਚ ਕਮਜ਼ੋਰੀ ਆ ਜਾਂਦੀ ਹੈ ਤੇ ਫਿਰ ਰੋਲ ਕਿਹਦਾ ਆ ਜਾਂਦਾ ਉਹਦੇ ਵਿੱਚ? ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਆਦਮੀ ਜਿਹੜਾ ਹੈ ਸੋਚਣ ਵਾਲਾ ਬੰਦਾ, ਉਹਦਾ ਰੋਲ ਹੈ। ਕਈ ਵਾਰੀ ਜਿਹੜੇ ਕਵੀ ਜਾਂ ਜਿਹੜੇ ਕਹਿ ਲਓ ਤੁਸੀਂ ਕਾਰਟੂਨ ਬਣਾਉਣ ਵਾਲੇ, ਉਹ ਵੀ ਆਪਣੇ ਤਰੀਕੇ ਰਾਹੀਂ ਵਿਅੰਗ ਕਰ ਦਿੰਦੇ ਸਰਕਾਰ ਤੇ। ਰਾਈਟ ਸਰ। ਜ਼ਿੰਮੇਵਾਰੀ ਵੱਧ ਜਾਂਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਆਪੋਜੀਸ਼ਨ ਕੋਈ ਸੀ ਨਹੀਂ, ਲੇਕਿਨ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਇੱਕ ਕਿਸਾਨ ਜਥੇਬੰਦੀ ਨੇ ਇੱਕ ਸਰਕਾਰ ਨੂੰ ਝੁਕਾ ਦਿੱਤਾ ਔਰ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ। ਇਹ ਮਤਲਬ ਉਹ ਬੜਾ ਗਾਂਧੀਵਾਦੀ ਤਰੀਕਾ, ਸੱਤਿਆਗ੍ਰਹਿ ਦਾ ਤਰੀਕਾ ਹੈ। ਇਹਨਾਂ ਅੰਦੋਲਨ ਇਹਨਾਂ ਸ਼ਾਂਤਪ੍ਰਿਯ, ਠੀਕ ਹੈ ਨਾ, ਉਹ ਇਸ ਕਰਕੇ ਕੋਈ ਚੀਜ਼ ਜੇ ਕਿਤੇ ਕਮੀ ਪੇਸ਼ੀ ਹੁੰਦੀ ਹੈ ਤੇ ਨੇਚਰ ਉਸ ਵੋਇਡ ਨੂੰ ਫਿਲ ਕਰਨ ਦੀ ਕਪੈਸਿਟੀ ਹੈਗੀ ਹੈ। ਔਰ ਮੇਰਾ ਵਿਸ਼ਵਾਸ ਤੇ ਭਾਰਤੀ ਲੋਕਾਂ ਤੇ ਹੀ ਹੈ। ਮਤਲਬ ਭਾਰਤੀ ਜਿਹੜੇ ਲੋਕ ਨੇ ਸਿਆਣੇ ਸਮਝਦਾਰ ਨੇ, ਚਾਹੇ ਹੁਣ ਤੇ ਖੈਰ ਐਜੂਕੇਸ਼ਨ ਦਾ ਵੀ ਪਸਾਰ ਹੋਇਆ, ਲੇਕਿਨ ਉਹਨਾਂ ਦੀ ਜਿਹੜੀ ਕਾਮਨ ਸੈਂਸ ਹੈ ਉਹ ਹਰ ਗੇਮ ਨੂੰ ਅੱਛੀ ਤਰ੍ਹਾਂ ਸਮਝ ਲੈਂਦੇ ਆ। ਤੁਸੀਂ ਉਹਨਾਂ ਦੇ ਮਾਈਂਡ ਨੂੰ ਕੰਟਰੋਲ ਨਹੀਂ ਕਰ ਸਕਦੇ। ਠੀਕ ਹੈ ਜੀ ਜੀ। ਇਸ ਕਰਕੇ ਇਹ ਸੰਸਥਾਵਾਂ ਵੀ ਹੈ, ਮਤਲਬ ਜਿਹੜੀਆਂ ਇੰਡੀਪੈਂਡੈਂਸ ਆਫ ਜੁਡੀਸ਼ਰੀ ਹੈ, ਬੜੀ ਮਹੱਤਵਪੂਰਨ ਚੀਜ਼ ਹੈਗੀ ਹੈ। ਹਾਂਜੀ, ਤੇ ਇਹ ਅਗਰ ਅਮਰੀਕਾ ਵਰਗਾ ਸਿਸਟਮ ਹੈ, ਤੁਸੀਂ ਦੇਖੋ ਵੀ ਇੱਕ ਜਿਹੜਾ ਉੱਥੇ ਫੇਸਬੁੱਕ ਨੇ ਪ੍ਰੈਜ਼ੀਡੈਂਟ ਨੂੰ ਬਲੌਕ ਕਰ ਦਿੱਤਾ ਸੀ। ਤੁਸੀਂ ਦੇਖੋ ਨਾ, ਇੱਕ ਸੰਸਥਾ ਦੀ ਜਾਂ ਇੱਕ ਜਿਹੜਾ ਡਿਸਟ੍ਰਿਕਟ ਜੱਜ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਬਾਰੇ ਜਿਹੜਾ ਉਹ ਡਿਸੀਜਨ ਕੋਈ ਲੈ ਸਕਦਾ ਹੈ। ਤਾਂ ਇਹੀ ਚੀਜ਼ ਗ੍ਰੇਸ ਹੈ ਸੰਸਥਾਵਾਂ ਦੀ ਜੀ ਡਾਕਟਰ ਜੀ। ਤੇ ਲੋਕਾਂ ਦਾ, ਭਾਰਤੀ ਲੋਕਾਂ ਦਾ, ਭਾਰਤੀ ਸੰਸਥਾਵਾਂ ਦਾ, ਲੋਕਾਂ ਵਿੱਚ ਮੈਨੂੰ ਜ਼ਿਆਦਾ ਵਿਸ਼ਵਾਸ ਹੈ ਕਿ ਉਹ ਹਰ ਚੀਜ਼ ਨੂੰ ਸਮਝਦੇ ਆ। ਤੇ ਬਾਕੀ ਇਹ ਹੈ ਕਿ ਜਿਉਂ-ਜਿਉਂ ਇਹ ਚੈਲੰਜਸ ਆਉਣਗੇ ਤਾਂ ਨੇਚਰ ਵਾਈਡ ਨੂੰ ਫਿਲ ਕਰਨ ਦਾ ਜਿਹੜਾ ਪੂਰਾ ਇੰਤਜ਼ਾਮ ਜਿਹੜਾ ਹੋ ਜਾਂਦਾ ਹੈ, ਐਸੀ ਕੋਈ ਗੱਲ ਨਹੀਂ। ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਇਸ ਸਬਜੈਕਟ ਦੇ ਉੱਤੇ ਆਪਣੀ ਵਿਚਾਰ, ਆਪਣੀ ਖੋਜ ਸਾਡੇ ਨਾਲ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਥੈਂਕ ਯੂ ਜੀ। ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਤਿ ਸ਼੍ਰੀ ਅਕਾਲ।